ਵਾਹਿਗੁਰੂ ਸਾਹਿਬ ਜੀਓ। ਸੁਣਿਐ ਸਿੱਧ ਪੀਰ ਸੁਰਨਾਥ, ਸੁਣਿਐ ਧਰਤ ਧਵਲ ਆਕਾਸ, ਸੁਣਿਐ ਦੀਪ ਲੋ ਪਾਤਾਲ, ਸੁਣਿਐ ਪੋਹਿ ਨਾ ਸਕੈ ਕਾਲ। ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੂਖ ਪਾਪ ਕਾ ਨਾਸ। ਸੁਣਿਐ ਈਸਰ ਬਰਮਾ ਇੰਦ, ਸੁਣਿਐ ਮੁਖ ਸਾਲਾਹਣ ਮੰਦ। ਸੁਣਿਐ ਜੋਗ ਜੁਗਤ ਤਨ ਭੇਦ, ਸੁਣਿਐ ਸਾਸਤ ਸਿਮਰਤ ਵੇਦ। ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੂਖ ਪਾਪ ਕਾ ਨਾਸ। ਸੁਣਿਐ ਸਤ ਸੰਤੋਖ ਗਿਆਨ, ਸੁਣਿਐ 68 ਕਾ ਇਸਨਾਨ। ਸੁਣਿਐ ਪੜ੍ਹ ਪੜ੍ਹ ਪਾਵਹਿ ਮਾਨ, ਸੁਣਿਐ ਲਾਗੈ ਸਹਿਜ ਧਿਆਨ। ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੂਖ ਪਾਪ ਕਾ ਨਾਸ। ਸੁਣਿਐ ਸਰਾ ਗੁਣਾ ਕੇ ਗਾਹ, ਸੁਣਿਐ ਸੇਖ ਪੀਰ ਪਾਤਸ਼ਾਹ। ਸੁਣਿਐ ਅੰਧੇ ਪਾਵੇ ਰਾਹ, ਸੁਣਿਐ ਹਾਥ ਹੋਵੈ ਅਸਗਾਹ। ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੂਖ ਪਾਪ ਕਾ ਨਾਸ। ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੂਖ ਪਾਪ ਕਾ ਨਾਸ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ ਔਰ ਅੱਜ ਜਿਹੜੇ ਬਚਨਾਂ ਦੀ ਵਿਚਾਰ ਕਰਨੀ ਹੈ, ਇਹਨਾਂ ਬਚਨਾਂ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੁਣਨ ਦੀਆਂ ਅਵਸਥਾਵਾਂ ਅਤੇ ਸੁਣਨ ਦੇ ਲਾਭ ਦੱਸੇ ਨੇ ਕਿ ਜਿਹੜਾ ਸੁਣਦਾ ਹੈ ਉਹਦਾ ਅੰਦਰ ਕਿਹੋ ਜਿਹਾ ਹੋ ਜਾਂਦਾ ਹੈ। ਜਿਹੜੇ ਬਚਨਾਂ ਦੀ ਵਿਚਾਰ ਅੱਜ ਆਪਾਂ ਕਰਨੀ ਹੈ, ਇਹਨਾਂ ਬਚਨਾਂ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸੁਣਨ ਦੇ ਸੰਬੰਧੀ ਪੂਰੀ ਖਲਕਤ ਨੂੰ ਉਪਦੇਸ਼ ਦਿੱਤਾ ਹੈ। ਜਪਜੀ ਸਾਹਿਬ ਦੇ ਵਿੱਚ ਸੁਣਨ ਦੇ ਸੰਬੰਧ ਵਿੱਚ ਇਹ ਸੁਣਿਐ ਵਾਲੀਆਂ 4 ਪੌੜੀਆਂ ਆਉਂਦੀਆਂ ਨੇ। ਪਹਿਲੀ ਸੁਣਿਐ ਸਿੱਧ ਪੀਰ ਸੁਰਨਾਥ, ਫਿਰ ਅਗਲੀ ਸੁਣਿਐ ਈਸਰ ਬਰਮਾ ਇੰਦ, ਫਿਰ ਸੁਣਿਐ ਸਤ ਸੰਤੋਖ ਗਿਆਨ, ਅਤੇ ਫਿਰ ਚੌਥੀ ਸੁਣਿਐ ਦੀ ਪੌੜੀ ਹੈ ਸੁਣਿਐ ਸਰਾ ਗੁਣਾ ਕੇ ਗਾਹ। ਸੁਣਨ ਦੇ ਸੰਬੰਧ ਵਿੱਚ ਇਹ 4 ਪੌੜੀਆਂ ਆਉਂਦੀਆਂ ਨੇ ਅਤੇ ਗੁਰਮੁਖ ਜਨ ਫਿਰ ਇਹਨੂੰ 4 ਸਟੇਜਿਸ ਵੀ ਦੱਸਦੇ ਨੇ ਕਿ ਇਹਨਾਂ 4 ਸਟੇਜਿਸ ਨੂੰ ਪਾਰ ਕਰਕੇ ਇੱਕ ਇਨਸਾਨ ਸੁਣਨ ਦੇ ਸਿਖਰ 'ਤੇ ਪਹੁੰਚਦਾ ਹੈ। ਅਤੇ ਪਰ ਇੱਕ ਗੱਲ ਇੱਥੇ ਨੋਟ ਕਰਨ ਵਾਲੀ ਹੈ, ਇਹਨਾਂ 4 ਹੀ ਸੁਣਨ ਦੀਆਂ ਪੌੜੀਆਂ ਦੇ ਵਿੱਚ 2 ਤੁਕਾਂ ਰਿਪੀਟ ਹੋ ਰਹੀਆਂ ਨੇ। ਬਚਨ ਹੈ ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੂਖ ਪਾਪ ਕਾ ਨਾਸ। ਇਹ ਬਚਨ 4 ਪੌੜੀਆਂ 'ਚ ਆਉਣਗੇ। ਸੁਣਿਐ ਸਿੱਧ ਪੀਰ ਸੁਰਨਾਥ ਵਾਲੀ ਪੌੜੀ ਪੜ੍ਹ ਲਓ, ਅੰਤ 'ਤੇ ਇਹੀ ਲਿਖਿਆ ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੂਖ ਪਾਪ ਕਾ ਨਾਸ। ਅਗਲੀ ਪੌੜੀ ਦੇ ਵਿੱਚ ਇਹ 2 ਤੁਕਾਂ ਮਿਲਣਗੀਆਂ, ਫਿਰ ਆਖਰੀ ਪੌੜੀ ਦੇ ਵਿੱਚ ਵੀ ਮਿਲਣਗੀਆਂ। ਤੋ ਇਹਨਾਂ 4 ਹੀ ਸੁਣਨ ਦੀਆਂ ਪੌੜੀਆਂ ਦੇ ਵਿੱਚ ਇਹ 2 ਤੁਕਾਂ ਰਿਪੀਟ ਹੋ ਰਹੀਆਂ ਨੇ, ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਮੰਜ਼ਿਲ ਦੱਸ ਰਹੇ ਨੇ ਕਿ ਜਿਹੜਾ ਸੁਣਨ ਦੇ ਸਿਖਰ 'ਤੇ ਪਹੁੰਚ ਜਾਵੇ ਫਿਰ ਉਹਦਾ ਅੰਦਰ ਇਹੋ ਜਿਹਾ ਬਣ ਜਾਂਦਾ ਹੈ। ਕਿਉਂਕਿ ਪਹਿਲਾਂ ਸਾਨੂੰ ਮੰਜ਼ਿਲ ਸਮਝਾਈ ਗਈ ਹੈ ਤਾਂ ਕਿ ਸਾਡੇ ਅੰਦਰ ਵੀ ਉਹ ਕੁਝ ਸੁਣਨ ਦਾ ਚਾਅ ਪੈਦਾ ਹੋ ਜਾਵੇ, ਵੀ ਪਤਾ ਤਾਂ ਲੱਗੇ ਵੀ ਅਸੀਂ ਸੁਣਨ ਦੇ ਕਿਹੜੇ ਸਿਖਰ 'ਤੇ ਪਹੁੰਚਣਾ, ਅੰਦਰ ਕੀ ਹੋਵੇਗਾ ਉਦੋਂ। ਮਹਾਰਾਜ ਕਹਿੰਦੇ ਨਾਨਕ ਭਗਤਾ ਸਦਾ ਵਿਗਾਸ। ਜਿਹੜੇ ਭਗਤ ਜਨ ਨੇ ਪਰਮਾਤਮਾ ਦੀ ਭਗਤੀ ਵਿੱਚ ਜੁੜੇ ਨੇ, ਉਹ ਅੰਦਰੋਂ ਸਦਾ ਵਿਗਾਸ ਭਾਵ ਖਿੜੇ ਰਹਿੰਦੇ ਨੇ। ਵਿਗਾਸ ਦਾ ਅਰਥ ਹੁੰਦਾ ਹੈ ਖਿੜੇ ਰਹਿਣਾ। ਭਗਤ ਜਨ ਸਦਾ ਅੰਦਰੋਂ ਖਿੜੇ ਰਹਿੰਦੇ ਨੇ। ਅਤੇ ਮਹਾਰਾਜ ਕਹਿੰਦੇ ਸੁਣਿਐ ਦੁੱਖ ਪਾਪ ਕਾ ਨਾਸ। ਸੁਣਨ ਦੇ ਨਾਲ ਰਿਜ਼ਲਟ ਇਹ ਨਿਕਲਿਆ ਕਿ ਉਹਦੇ ਦੁੱਖਾਂ ਅਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ, ਅੰਦਰੋਂ ਖਿੜਿਆ ਰਹਿੰਦਾ ਹੈ, ਅੰਦਰੋਂ ਵਿਗਾਸ ਦੇ ਵਿੱਚ ਰਹਿੰਦਾ ਹੈ। ਤੋ ਇਹ ਸੀ ਮੰਜ਼ਿਲ। ਪਰ ਹੁਣ ਇੱਥੇ ਇੱਕ ਇਹ ਸਵਾਲ ਉੱਠਦਾ ਵੀ ਭਗਤ ਜਨਾਂ ਨੇ ਐਸਾ ਕੀ ਸੁਣ ਲਿਆ ਕਿ ਉਹਨਾਂ ਦਾ ਅੰਦਰ ਖਿੜ ਗਿਆ। ਉਹਨਾਂ ਨੇ ਐਸਾ ਕੀ ਸੁਣ ਲਿਆ ਕਿ ਉਹਨਾਂ ਦੇ ਦੁੱਖਾਂ ਅਤੇ ਪਾਪਾਂ ਦਾ ਵੀ ਨਾਸ਼ ਹੋ ਗਿਆ।
ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਇਸ ਤੋਂ ਪਹਿਲਾਂ ਕਿ ਆਪਾਂ ਉਹ 4 ਸਟੇਜਿਸ ਵਿਚਾਰੀਏ, ਪਹਿਲਾਂ ਆਪਾਂ ਉਹ ਮੰਜ਼ਿਲ ਵਿਚਾਰ ਲਈਏ ਜਿਸ ਮੰਜ਼ਿਲ ਤੱਕ ਪਹੁੰਚਣਾ। ਪਤਾ ਤਾਂ ਲੱਗੇ ਵੀ ਭਗਤ ਜਨਾਂ ਨੇ ਸੁਣ ਕੀ ਲਿਆ ਜਿਸ ਕਰਕੇ ਉਹਨਾਂ ਦਾ ਅੰਦਰ ਖੇੜ ਉੱਠਿਆ। ਤੋਂ ਪਹਿਲਾਂ ਉਹ ਵਿਚਾਰ ਲਈਏ ਤਾਂ ਕਿ ਸਾਡੇ ਅੰਦਰ ਵੀ ਚਾਅ ਪੈਦਾ ਹੋ ਜਾਵੇ ਵੀ ਅੱਛਾ ਇਹ ਮੰਜ਼ਿਲ ਹੈ ਅਤੇ ਫਿਰ ਇੱਥੋਂ ਤੱਕ ਪਹੁੰਚਣ ਲਈ ਅਸੀਂ ਸਟੈਪ ਬਾਏ ਸਟੈਪ ਚੱਲਣਾ ਹੈ। ਪਤਾ ਤਾਂ ਲੱਗੇ, ਨਹੀਂ ਤਾਂ ਕਈ ਵਾਰੀ ਬੰਦਾ ਪਹਿਲੇ ਸਟੈਪ 'ਤੇ ਹੀ ਰੁਕ ਜਾਂਦਾ ਹੈ। ਉਹਨੂੰ ਆਪਣੇ ਸਿਖਰ, ਉਹਨੂੰ ਆਪਣੀ ਮੰਜ਼ਿਲ ਦਾ ਪਤਾ ਹੋਣਾ ਜ਼ਰੂਰੀ ਹੈ। ਹੁਣ ਭਗਤ ਜਨ ਕਿਉਂ ਸੁਣਦੇ ਨੇ? ਅਸਲ ਦੇ ਵਿੱਚ ਇਹਨੂੰ ਸਮਝਣ ਤੋਂ ਪਹਿਲਾਂ ਇੱਕ ਗੱਲ ਸਮਝਣੀ ਜ਼ਰੂਰੀ ਹੈ ਸਾਧ ਸੰਗਤ। ਸੁਣਿਆ ਤਾਂ ਜਾਂਦਾ ਹੈ ਜੇ ਕੋਈ ਆਵਾਜ਼ ਆ ਰਹੀ ਹੈ, ਕਿਸੇ ਆਵਾਜ਼ ਨੂੰ ਹੀ ਸੁਣਾਂਗੇ ਨਾ ਜੀ। ਅਤੇ ਜੇ ਦੁਨਿਆਵੀ ਤੌਰ 'ਤੇ ਦੇਖੀਏ ਨਾ ਜੀ, ਦੁਨੀਆ ਦੇ ਵਿੱਚ 5 ਪ੍ਰਕਾਰ ਦੀਆਂ ਚੀਜ਼ਾਂ, ਵਸਤੂਆਂ ਜਾਂ ਸਾਜ਼ ਨੇ ਜਿਹਦੇ ਤੋਂ ਆਵਾਜ਼ ਨਿਕਲਦੀ ਆ, ਜਾਂ ਕਹਿ ਲਈਏ 5 ਤਰੀਕੇ ਨੇ ਜਿਹਦੇ ਤੋਂ ਆਵਾਜ਼ ਪ੍ਰਗਟ ਹੋ ਜਾਂਦੀ ਹੈ। ਪ੍ਰੋਫੈਸਰ ਸਾਹਿਬ ਸਿੰਘ ਨੇ ਪੰਚੇ ਸ਼ਬਦ ਦੇ ਅਰਥ ਕਰਦਿਆਂ 5 ਪ੍ਰਕਾਰ ਦੇ ਸਾਜ਼ ਦੱਸੇ ਨੇ, ਔਰ ਉਹਨਾਂ 5 ਪ੍ਰਕਾਰਾਂ ਦੇ ਸਾਜ਼ਾਂ ਤੋਂ ਫਿਰ 5 ਪ੍ਰਕਾਰ ਦੇ ਸ਼ਬਦ ਜਿਹੜੇ ਨਿਕਲਦੇ ਨੇ ਉਹਦੀ ਜਿਹੜੀ ਵਿਚਾਰ ਦਿੱਤੀ ਹੈ। ਹੁਣ ਇੱਕ ਸਾਜ਼ ਹੈ ਤੰਤੀ ਸਾਜ਼। ਤੰਤੀ ਸਾਜ਼ ਜਿਹੜਾ ਤਾਰਾਂ ਦਾ ਬਣਿਆ ਹੁੰਦਾ ਹੈ, ਅਤੇ ਉਸ ਸਾਜ਼ ਦੇ ਵਿੱਚ ਜਦੋਂ ਅਸੀਂ ਤਾਰ ਨੂੰ ਛੇੜਦੇ ਹਾਂ ਅਤੇ ਤਾਰ ਛੇੜੀਏ ਅਤੇ ਆਵਾਜ਼ ਨਿਕਲਦੀ ਹੈ, ਜਿਵੇਂ ਰਬਾਬ ਹੋ ਗਈ। ਹੁਣ ਰਬਾਬ ਦੀ ਤਾਰ ਛੇੜੋ ਅਤੇ ਆਵਾਜ਼ ਨਿਕਲਦੀ ਹੈ, ਗਿਟਾਰ ਦੀ ਤਾਰ ਛੇੜੋ ਅਤੇ ਆਵਾਜ਼ ਨਿਕਲਦੀ ਹੈ। ਤਾਂ ਇਹ ਤੰਤੀ ਸਾਜ਼ ਹੁੰਦੇ ਨੇ ਪਹਿਲੇ ਪ੍ਰਕਾਰ ਦੇ ਸਾਜ਼। ਫਿਰ ਦੂਸਰੇ ਪ੍ਰਕਾਰ ਦੇ ਸਾਜ਼ ਹੁੰਦੇ ਨੇ ਜਿਹੜੇ ਚਮੜੇ ਦੇ ਬਣੇ ਹੁੰਦੇ ਨੇ, ਜਿਵੇਂ ਤਬਲਾ ਹੋ ਗਿਆ, ਅਤੇ ਉਹਨੂੰ ਵਜਾਵਾਂਗੇ ਅਤੇ ਆਵਾਜ਼ ਨਿਕਲਦੀ ਹੈ। ਹੁਣ ਤਬਲੇ 'ਤੇ ਹੱਥ ਮਾਰੋ, ਆਵਾਜ਼ ਪ੍ਰਗਟ ਹੁੰਦੀ ਹੈ, ਆਵਾਜ਼ ਪੈਦਾ ਹੁੰਦੀ ਹੈ। ਇਹ ਦੂਸਰੇ ਪ੍ਰਕਾਰ ਦੇ ਸਾਜ਼। ਤੀਸਰੇ ਪ੍ਰਕਾਰ ਦੇ ਸਾਜ਼ ਹੁੰਦੇ ਨੇ ਕਿਸੇ ਧਾਤੂ ਦੇ ਬਣੇ। ਧਾਤੂ ਨਾਲ ਧਾਤੂ ਟਕਰਾਵਾਂਗੇ, ਜਿਵੇਂ ਲੋਹੇ ਨਾਲ ਲੋਹਾ ਮਾਰੋ ਅਤੇ ਆਵਾਜ਼ ਆਉਂਦੀ ਹੈ। ਧਾਤੂ ਨਾਲ ਧਾਤੂ ਟਕਰਾਉਂਦਾ ਹੈ, ਲੋਹੇ ਨਾਲ ਲੋਹਾ ਟਕਰਾਉਂਦਾ ਹੈ ਅਤੇ ਆਵਾਜ਼ ਨਿਕਲਦੀ ਆ। ਇਹ ਤੀਸਰੇ ਪ੍ਰਕਾਰ ਦੇ ਸਾਜ਼। ਚੌਥੇ ਪ੍ਰਕਾਰ ਦੇ ਸਾਜ਼ ਜਿਹੜੇ ਫੂਕ ਨਾਲ ਵੱਜਦੇ ਨੇ, ਜਿਵੇਂ ਹਾਰਮੋਨੀਅਮ ਹੋ ਗਿਆ। ਹੁਣ ਬਟਨ ਨੱਪਦੇ ਹਾਂ, ਫੂਕ ਵੱਜਦੀ ਹੈ ਅਤੇ ਉਹ ਆਵਾਜ਼ ਪੈਦਾ ਕਰਦਾ। ਬਾਂਸੁਰੀ ਹੋ ਗਈ, ਫੂਕ ਮਾਰੀਏ ਅਤੇ ਆਵਾਜ਼ ਪੈਦਾ ਕਰਦੀ ਹੈ। ਹੁਣ ਮਨੁੱਖ ਦਾ ਸਰੀਰ ਵੀ ਇਸੇ ਕੰਸੈਪਟ ਦੇ ਨਾਲ ਆਵਾਜ਼ ਪੈਦਾ ਕਰਦਾ। ਸਾਡੇ ਨਾਭੀ ਦੇ ਵਿੱਚੋਂ ਪਵਨ, ਹਵਾ ਆਉਂਦੀ ਏ, ਫੂਕ ਆਉਂਦੀ ਏ, ਅਤੇ ਬੁੱਲਾਂ ਦੀ ਮੂਵਮੈਂਟ ਦੇ ਨਾਲ ਫਿਰ ਅਸੀਂ ਸ਼ਬਦ ਘੜ ਕੇ ਬੋਲਦੇ ਹਾਂ। ਆਵਾਜ਼ ਸਾਡੀ ਵੀ ਫਿਰ ਇਸ ਕੰਸੈਪਟ ਨਾਲ ਆ ਜਾਂਦੀ ਹੈ ਨਾ। ਤਾਂ ਅਸੀਂ ਵੀ ਇਸੇ ਪ੍ਰਕਾਰ ਦੇ ਸਾਜ਼ਾਂ ਵਿੱਚ ਹੀ ਆਉਂਦੇ ਹਾਂ। ਤਾਂ ਇਹ ਅਗਲੇ ਪ੍ਰਕਾਰ ਦੇ ਸਾਜ਼। ਪੰਜਵੇਂ ਪ੍ਰਕਾਰ ਦਾ ਸਾਜ਼ ਜਿਹੜੇ ਜਿਵੇਂ ਘੜਾ ਹੋ ਗਿਆ, ਮਿੱਟੀ ਆਦਿਕ ਦੇ ਬਣੇ ਹੋਏ, ਇਹ ਪੰਜਵੇਂ ਪ੍ਰਕਾਰ ਦੇ ਸਾਜ਼। ਦੁਨੀਆ ਦੇ ਵਿੱਚ ਇਹਨਾਂ 5 ਤਰੀਕਾਂ ਦੇ ਨਾਲ ਆਵਾਜ਼ ਆਉਂਦੀ ਏ, ਅਤੇ ਇਹ ਆਵਾਜ਼ ਜਦੋਂ ਪ੍ਰਗਟ ਹੁੰਦੀ ਹੈ ਤਾਂ ਬੰਦਾ ਸੁਣਦਾ ਹੈ। ਪਰ ਭਗਤ ਜਨ ਇਹਨਾਂ 'ਚੋਂ ਕੀ ਸੁਣਦੇ ਨੇ ਵੀ ਉਹਨਾਂ ਦਾ ਅੰਦਰ ਖੇੜ ਉੱਠਿਆ? ਤਾਂ ਮੈਂ ਬੇਨਤੀ ਕਰਾਂ ਸਾਧ ਸੰਗਤ, ਇਹ 5 ਪ੍ਰਕਾਰ ਦੇ ਸਾਜ਼ ਤਾਂ ਦੁਨਿਆਵੀ ਸੀ। ਇਹਦੇ ਵਿੱਚ ਕੋਈ ਨਾ ਕੋਈ ਮੂਵਮੈਂਟ ਹੋਈ ਹੈ ਅਤੇ ਆਵਾਜ਼ ਆ ਰਹੀ ਹੈ। ਪਰ ਗੁਰਬਾਣੀ ਕਹਿੰਦੀ ਹੈ ਇੱਕ ਆਵਾਜ਼ ਐਸੀ ਵੀ ਹੈ ਜਿਹੜੀ ਬਿਨਾਂ ਵਜਾਇਆਂ ਆ ਰਹੀ ਹੈ, ਅਤੇ ਉਹ ਆਵਾਜ਼ ਹੈ ਪ੍ਰਮਾਤਮਾ ਵੱਲੋਂ ਆ ਰਹੀ ਆਵਾਜ਼। ਉਹਨੂੰ ਸ਼ਬਦ ਵਰਤਿਆ ਅਨਾਹਦ। ਅਨਾਹਦ ਦਾ ਵੈਸੇ ਆਖਰੀ ਅਰਥ ਹੀ ਇਹ ਹੁੰਦਾ ਹੈ, ਉਹ ਨਾਦ ਜਿਹੜਾ ਬਿਨਾਂ ਵਜਾਇਆਂ ਵੱਜ ਰਿਹਾ ਹੈ, ਉਹ ਆਵਾਜ਼ ਜਿਹੜਾ ਬਿਨਾਂ ਵਜਾਇਆਂ ਆ ਰਹੀ ਹੈ, ਅਤੇ ਇਹ ਆਵਾਜ਼ ਪ੍ਰਮਾਤਮਾ ਵੱਲੋਂ ਆ ਰਹੀ ਹੈ। ਕੋਈ ਆਵਾਜ਼ ਤਬਲਾ ਛੇੜੀਏ ਅਤੇ ਆਉਂਦੀ ਹੈ, ਕੋਈ ਆਵਾਜ਼ ਇਨਸਾਨ ਫੂਕ ਮਾਰ ਕੇ ਬੋਲਦਾ ਹੈ ਅਤੇ ਆਉਂਦੀ ਹੈ, ਪਰ ਇੱਕ ਐਸੀ ਆਵਾਜ਼ ਜਿਹੜੀ ਸਿੱਧੀ ਪ੍ਰਮਾਤਮਾ ਵੱਲੋਂ ਆ ਰਹੀ ਹੈ। ਅਤੇ ਬੇਨਤੀ ਕਰਾਂ ਸਾਧ ਸੰਗਤ, ਇਹ ਹਰ ਸਰੀਰ 'ਚੋਂ ਆ ਰਹੀ ਹੈ, ਜ਼ਰੇ ਜ਼ਰੇ 'ਚੋਂ ਆ ਰਹੀ, ਕਿਉਂਕਿ ਪ੍ਰਮਾਤਮਾ ਤਾਂ ਕਣ ਕਣ 'ਚ ਵਸਿਆ ਹੋਇਆ। ਹਰ ਥਾਂ ਤੋਂ ਇਹ ਆਵਾਜ਼ ਆ ਰਹੀ ਹੈ। ਆਮ ਇਨਸਾਨ ਨੂੰ ਨਹੀਂ ਸੁਣਦੀ, ਭਗਤ ਜਨਾਂ ਨੇ ਸੁਣ ਲਈ ਹੈ, ਅਤੇ ਜਦੋਂ ਉਹ ਉਸ ਆਵਾਜ਼ ਨੂੰ ਸੁਣਦੇ ਨੇ ਅਤੇ ਅੰਦਰ ਖੇੜ ਉੱਠਦਾ। ਪਰਮਾਤਮਾ ਨੂੰ ਸੁਣ ਰਹੇ ਨੇ, ਇਸ ਕਰਕੇ ਖਿੜੇ ਨੇ। ਅਤੇ ਅਸੀਂ ਬਹੁਤੇ ਲੋਕ ਇਸ ਕਰਕੇ ਦੁਖੀ ਹਾਂ ਕਿਉਂਕਿ ਅਸੀਂ ਉਹਦੇ ਤੋਂ ਟੁੱਟੇ ਹੋਏ ਹਾਂ। ਪਰਮਾਤਮਾ ਤੋਂ ਟੁੱਟੇ ਹੋਣਾ ਹੀ ਕਾਰਨ ਹੈ ਕਿ ਬੰਦਾ ਅੰਦਰੋਂ ਤੜਫ ਰਿਹਾ ਹੈ, ਬੰਦਾ ਅੰਦਰੋਂ ਦੁਖੀ ਹੈ, ਇਹ ਅੰਦਰੋਂ ਖਿੜਿਆ ਨਹੀਂ ਹੋਇਆ। ਤਾਂ ਹੀ ਗੁਰੂ ਨਾਨਕ ਸਾਹਿਬ ਨੇ ਕਿਹਾ, ਪੱਬਰ ਤੂੰ ਹਰਿਆਵਲਾ, ਕਵਲਾ ਕੰਚਨ ਵਨ, ਕਹਿ ਦੋ ਖੜੇ ਸੜਿਓ ਹੈ, ਕਾਲੀ ਹੋਈਆ ਦੇਹੁਰੀ, ਨਾਨਕ ਮੈਂ ਤਨ ਭੰਗ। ਸਤਿਗੁਰੂ ਜੀ ਨੇ ਇੱਕ ਦ੍ਰਿਸ਼ਟਾਂਤ ਦੇ ਕੇ ਸਾਨੂੰ ਸਮਝਾਇਆ। ਮਹਾਰਾਜ ਨੇ ਇੱਕ ਸੁੱਕ ਚੁੱਕੇ ਅਤੇ ਸੜੇ ਹੋਏ ਤਲਾਬ ਨੂੰ ਇਹ ਸਵਾਲ ਕੀਤਾ, ਹੇ ਤਲਾਬ, ਹੇ ਸਰੋਵਰ, ਤੂੰ ਕਦੀ ਹਰਿਆ ਭਰਿਆ ਹੋਇਆ ਕਰਦਾ ਸੀ, ਅੱਜ ਤੂੰ ਸੁੱਕ ਗਿਆ, ਅੱਜ ਤੇਰਾ ਪਾਣੀ ਗੰਦਾ ਹੋ ਗਿਆ। ਜਿਹਦੇ ਵਿੱਚ ਕਦੀ ਫੁੱਲ ਖਿੜੇ ਸੀ, ਅੱਜ ਉਹ ਫੁੱਲ ਮੁਰਝਾ ਗਏ। ਜਿਹਦੇ ਕੋਲ ਕਦੀ ਜਾਨਵਰ ਵੀ ਪਾਣੀ ਪੀਣ ਆਉਂਦੇ ਸੀ, ਅੱਜ ਉਹਦੀ ਕੋਈ ਬਾਤ ਨਹੀਂ ਪੁੱਛਦਾ। ਤੇਰੀ ਹਾਲਤ ਇਸ ਤਰ੍ਹਾਂ ਦੀ ਕਿਉਂ ਬਣ ਗਈ?
ਤੇ ਉਹ ਸਰੋਵਰ ਫਿਰ ਜਵਾਬ ਦਿੰਦਾ ਹੈ, ਬਾਬਾ ਮੈਂ ਇਸ ਕਰਕੇ ਸੁੱਕ ਗਿਆ, ਮੈਂ ਇਸ ਕਰਕੇ ਸੜ ਗਿਆ, ਮੈਂ ਇਸ ਕਰਕੇ ਗੰਧਲਾ ਹੋ ਗਿਆ ਕਿਉਂਕਿ ਜਿਹੜਾ ਮੇਰਾ ਸੋਮਾ ਸੀ, ਜਿੱਥੋਂ ਪਾਣੀ ਆ ਰਿਹਾ ਸੀ, ਆਪਣੇ ਸੋਮੇ ਤੋਂ ਟੁੱਟ ਜਾਣ ਕਰਕੇ ਅੱਜ ਮੇਰੇ ਇਹ ਹਾਲਾਤ ਹੋ ਗਏ ਨੇ। ਜਿਵੇਂ ਇੱਕ ਸਰੋਵਰ ਆਪਣੇ ਸੋਮੇ ਤੋਂ ਟੁੱਟ ਜਾਵੇ, ਉਹ ਸਰੋਵਰ ਸੁੱਕ ਜਾਂਦਾ ਹੈ। ਜਿਹੜਾ ਇਨਸਾਨ ਪਰਮਾਤਮਾ ਦੀ ਇਸ ਆਵਾਜ਼ ਤੋਂ, ਪਰਮਾਤਮਾ ਦੇ ਨਾਮ ਤੋਂ ਟੁੱਟ ਜਾਵੇ, ਉਹਦਾ ਅੰਦਰ ਸੁੱਕ ਜਾਂਦਾ ਹੈ, ਉਹਦਾ ਅੰਦਰ ਖਿੜਿਆ ਨਹੀਂ ਰਹਿ ਸਕਦਾ। ਮਹਾਰਾਜ ਕਹਿੰਦੇ, ਪੱਬਰ ਤੂੰ ਹਰੀਆਵਲਾ ਕਵਲਾ ਕੰਚਨ ਵਨ, ਕਹਿ ਦੋ ਖੜੇ ਸੜਿਓ ਹੈ, ਕਾਲੀ ਹੋਈਆ ਦੇਹੁਰੀ, ਨਾਨਕ ਮੈਂ ਤਨ ਭੰਗ, ਜਾਣਾ ਪਾਣੀ ਨਾ ਲਹਾ, ਜੈ ਸੇਤੀ ਮੇਰਾ ਸੰਗ, ਜਿਤ ਡਿਠੈ ਤਨ ਪਰ ਫੜੈ, ਚੜ੍ਹੇ ਚਵੱਗਨ ਵਨ। ਜੇ ਅੰਦਰੋਂ ਖਿੜਨਾ ਹੈ ਤੇ ਪਰਮਾਤਮਾ ਦੇ ਇਸ ਆਵਾਜ਼ ਨਾਲ ਜੁੜਨਾ ਪਵੇਗਾ। ਭਗਤ ਜਨ ਇਸ ਕਰਕੇ ਖਿੜੇ ਨੇ, ਇਸ ਕਰਕੇ ਆਨੰਦ ਦੇ ਵਿੱਚ ਹਨ ਕਿਉਂਕਿ ਉਹ ਲਗਾਤਾਰ ਉਹ ਪਰਮਾਤਮਾ ਦੀ ਆਵਾਜ਼ ਨੂੰ ਸੁਣ ਰਹੇ ਨੇ, ਅਨਾਹਤ ਨੂੰ ਸੁਣ ਰਹੇ ਨੇ। ਤਾਂ ਹੀ ਮਹਾਰਾਜ ਨੇ ਕਿਹਾ, ਸੁਣਿਆ ਦੁੱਖ ਪਾਪ ਕਾ ਨਾਸ਼। ਉਹਨਾਂ ਦੇ ਅੰਦਰੋਂ ਦੁੱਖਾਂ ਤੇ ਪਾਪਾਂ ਦਾ ਨਾਸ਼ ਇਸ ਕਰਕੇ ਹੋ ਗਿਆ ਹੈ ਕਿਉਂਕਿ ਉਹ ਲਗਾਤਾਰ ਉਸ ਪਰਮਾਤਮਾ ਦੀ ਆਵਾਜ਼ ਨੂੰ ਸੁਣ ਰਹੇ ਨੇ। ਅਸੀਂ ਵੀ ਇੱਥੋਂ ਤੱਕ ਪਹੁੰਚਣਾ। ਹੁਣ ਸਵਾਲ ਇਹ ਆ ਵੀ ਸਾਨੂੰ ਤਾਂ ਉਹ ਅਨਾਹਤ ਸੁਣਦਾ ਨਹੀਂ, ਤੇ ਜੇ ਸੁਣ ਜਾਵੇ ਅਸੀਂ ਵੀ ਖਿੜ ਜਾਵਾਂਗੇ। ਫਿਰ ਕਿਹੜੇ ਰਸਤੇ 'ਤੇ ਚੱਲੀਏ ਕਿ ਸਾਡੀ ਵੀ ਸੁਣਨੀ ਇੰਨੇ ਸਿਖਰ 'ਤੇ ਹੋ ਜਾਵੇ ਕਿ ਸਾਨੂੰ ਵੀ ਪਰਮਾਤਮਾ ਦੀ ਆਵਾਜ਼ ਸੁਣਨ ਲੱਗ ਪਵੇ। ਅਤੇ ਇਹਦੀਆਂ ਫਿਰ 4 ਸਟੇਜਿਸ ਗੁਰੂ ਨਾਨਕ ਸਾਹਿਬ ਨੇ ਦੱਸੀਆਂ ਨੇ। ਪਹਿਲੀ ਸਟੇਜ ਦੇ ਵਿੱਚ ਮਹਾਰਾਜ ਨੇ ਕਿਹਾ, ਸੁਣਿਆ ਸਿੱਧ ਪੀਰ ਸੁਰਨਾਥ। ਸਭ ਤੋਂ ਪਹਿਲੀ ਸਟੇਜ ਦੇ ਵਿੱਚ ਅਸੀਂ ਕੀ ਕਰਨਾ ਹੈ ਕਿ ਮਾੜਾ ਸੁਣਨਾ ਬੰਦ ਕਰਕੇ ਉਹਨਾਂ ਲੋਕਾਂ ਦੀਆਂ ਗਾਥਾਵਾਂ ਸੁਣੀਏ ਜਿਹੜੇ ਆਪਣੀ ਮੰਜ਼ਿਲ 'ਤੇ ਪਹੁੰਚ ਗਏ ਨੇ। ਅਸੀਂ ਆਪਣਾ ਵਡਮੁੱਲਾ ਇਤਿਹਾਸ ਸੁਣੀਏ। ਵੈਸੇ ਆਮ ਤੌਰ 'ਤੇ ਤੁਸੀਂ ਦੇਖੋ, ਅਸੀਂ ਗੁਰਬਾਣੀ ਸੁਣਨ ਬੈਠੀਏ ਸਾਡਾ ਚਿੱਤ ਨਹੀਂ ਜੁੜਦਾ, ਕਥਾ ਸੁਣਨ ਬੈਠੀਏ, ਕਿਉਂਕਿ ਪਹਿਲੀ ਸਟੇਜ ਹੀ ਇਹ ਹੈ ਕਿ ਗੁਰਸਿੱਖਾਂ ਪਾਸੋਂ ਅਸੀਂ ਕਥਾ ਸੁਣੀਏ, ਗੁਰਸਿੱਖਾਂ ਦੇ ਜੀਵਨ ਸੁਣੀਏ, ਤਾਂ ਕਿ ਉਹਨਾਂ ਗੁਰਸਿੱਖਾਂ ਨੂੰ ਸੁਣ ਕੇ ਸਾਡੇ ਅੰਦਰ ਵੀ ਉਹਨਾਂ ਦੇ ਵਰਗਾ ਬਣਨ ਦਾ ਚਾਅ ਪੈਦਾ ਹੋ ਜਾਵੇ। ਇੱਕ ਬਚਨ ਗੁਰਬਾਣੀ ਦੇ ਵਿੱਚ ਆਉਂਦਾ ਵੀ ਹੈ ਜਿਹੜਾ ਇਸ ਗੱਲ 'ਤੇ ਮੋਹਰ ਲਾਉਂਦਾ ਹੈ ਕਿ ਅਸੀਂ ਸਭ ਤੋਂ ਪਹਿਲਾਂ ਉਹ ਸੁਣਨਾ ਸ਼ੁਰੂ ਕਰੀਏ ਜਿਹਨੂੰ ਸੁਣ ਕੇ ਪਰਮਾਤਮਾ ਵਰਗਾ ਬਣਨ ਦਾ ਚਾਅ ਪੈਦਾ ਹੋ ਜਾਵੇ। ਹਜੇ ਤਾਂ ਚਾਅ ਹੀ ਨਹੀਂ ਨਾ ਪੈਦਾ ਹੋਇਆ, ਹਜੇ ਤਾਂ ਨਾ ਨਿਤਨੇਮ ਕਰਨ ਦਾ ਚਾਅ ਹੈ, ਨਾ ਨਾਮ ਜਪਣ ਦਾ ਚਾਅ ਹੈ, ਨਾ ਬੰਦਗੀ ਕਰਨ ਦਾ ਚਾਅ ਹੈ। ਕਿਉਂ ਨਹੀਂ ਚਾਅ ਪੈਦਾ ਹੋਇਆ? ਕਿਉਂਕਿ ਅਸੀਂ ਪਹਿਲੀ ਸਟੇਜ 'ਤੇ ਹੀ ਨਹੀਂ ਪੈਰ ਧਰ ਰਹੇ। ਪਹਿਲੀ ਸਟੇਜ ਹੀ ਇਹ ਹੈ ਕਿ ਅਸੀਂ ਉਹਨਾਂ ਗੁਰਸਿੱਖਾਂ ਦੇ ਜੀਵਨ ਦੀਆਂ ਗਾਥਾਵਾਂ, ਉਹਨਾਂ ਦੇ ਜੀਵਨ ਦੀਆਂ ਘਟਨਾਵਾਂ ਵਾਰ-ਵਾਰ ਸੁਣੀਏ ਜਿਹੜੇ ਮੰਜ਼ਿਲ 'ਤੇ ਪਹੁੰਚ ਗਏ ਨੇ। ਕਿਉਂਕਿ ਜਦੋਂ ਗੁਰਸਿੱਖਾਂ ਦੇ ਜੀਵਨ ਨੂੰ ਸੁਣਾਂਗੇ ਸਾਡੇ ਅੰਦਰ ਵੀ ਉਹੋ ਜਿਹਾ ਬਣਨ ਦਾ ਚਾਅ ਪੈਦਾ ਹੋ ਜਾਂਦਾ ਹੈ। ਆਮ ਤੌਰ 'ਤੇ ਤੁਸੀਂ ਦੁਨੀਆ ਦੇ ਵਿੱਚ ਦੇਖਦੇ ਹੋ ਸਾਧ ਸੰਗਤ, ਜੇ ਦੁਨਿਆਵੀ ਪੜ੍ਹਾਈ ਵੀ ਕਰ ਰਿਹਾ ਹੈ ਨਾ ਬੰਦੇ ਨੇ, ਮੋਟੀਵੇਸ਼ਨ ਲੈਣੀ ਆ, ਅਤੇ ਕਿਹਨਾਂ ਨੂੰ ਸੁਣਦਾ ਹੈ? ਉਹਨਾਂ ਨੂੰ ਸੁਣਦਾ ਜਿਹੜੇ ਸਫਲ ਹੋ ਗਏ ਨੇ। ਕੋਈ IAS ਆਫਿਸਰ ਬਣ ਗਿਆ ਜਾਂ ਕੋਈ ਕਿਸੇ ਮੰਜ਼ਿਲ 'ਤੇ ਪਹੁੰਚ ਗਿਆ, ਕਿਸੇ ਨੇ ਬਹੁਤ ਵੱਡੀ ਖੋਜ ਕਰਤੀ ਹੈ, ਅਤੇ ਅਸੀਂ ਮੋਟੀਵੇਸ਼ਨ ਲੈ ਲਈ, ਉਹਨਾਂ ਦੀਆਂ ਗੱਲਾਂ ਸੁਣਦੇ ਹਾਂ, ਉਹਨਾਂ ਦੇ ਜੀਵਨ ਦੀਆਂ ਘਟਨਾਵਾਂ ਸੁਣਦੇ ਹਾਂ। ਕਿਉਂ ਸੁਣਦੇ ਹਾਂ? ਕਿਉਂਕਿ ਜਦੋਂ ਸਫਲ ਹੋਇਆਂ ਦੀਆਂ ਘਟਨਾਵਾਂ ਸੁਣਦੇ ਹਾਂ ਸਾਡੇ ਅੰਦਰ ਵੀ ਸਫਲ ਹੋਣ ਦਾ ਚਾਅ ਪੈਦਾ ਹੁੰਦਾ। ਇਸੇ ਤਰ੍ਹਾਂ ਧਾਰਮਿਕ ਦੁਨੀਆ ਦੇ ਵਿੱਚ ਜਦੋਂ ਅਸੀਂ ਸਤਿਪੁਰਸ਼ਾਂ ਅਤੇ ਮਹਾਂਪੁਰਖਾਂ ਦੇ ਜੀਵਨ ਦੀਆਂ ਘਟਨਾਵਾਂ ਸੁਣਾਂਗੇ ਸਾਡੇ ਅੰਦਰ ਵੀ ਉਹੋ ਜਿਹਾ ਬਣਨ ਦਾ ਚਾਅ ਪੈਦਾ ਹੋ ਜਾਂਦਾ ਹੈ। ਇਹ ਪਹਿਲੀ ਸਟੇਜ ਹੈ। ਆਮ ਤੌਰ 'ਤੇ ਕਥਾ ਵਿੱਚ ਬੈਠੀਏ ਸਾਧ ਸੰਗਤ, ਚਿੱਤ ਨਹੀਂ ਜੁੜਦਾ। ਕਾਰਨ ਕੀ? ਕਿਉਂਕਿ ਅਸੀਂ ਗੰਦਾ ਸੁਣਨਾ ਬੰਦ ਨਹੀਂ ਕਰਦੇ। ਆਮ ਤੌਰ 'ਤੇ ਦੇਖੋ, ਗੰਧਨ ਵੈਣ ਸੁਣੇ ਉਰਝਾਵੇ, ਨਾਮ ਲੈ ਤਲਕਾਇਆ। ਨਾਮ ਲੈਣ ਤੋਂ ਇਹ ਆਲਸ ਕਿਉਂ ਕਰ ਰਿਹਾ? ਕਿਉਂਕਿ ਗੰਧਨ ਵੈਣ ਸੁਣ ਰਿਹਾ। ਨਿੰਦ ਚਿੰਦ ਕੋ ਬਹੁਤ ਉਮਾਹਿਓ, ਬੂਝੀ ਉਲਟਾਇਆ। ਨਿੰਦਿਆ ਬਹੁਤ ਸੁਣਦਾ ਹੈ, ਲੱਚਰ ਗੀਤ ਬਹੁਤ ਸੁਣਦਾ ਹੈ, ਕਾਮ ਭਰੀਆਂ ਗੱਲਾਂ ਬਹੁਤ ਸੁਣਦਾ ਹੈ। ਅਤੇ ਜਿਹੜੇ ਮਨ ਨੂੰ ਨਿੰਦਿਆ ਸੁਣਨ ਦੀ ਆਦਤ ਪੈ ਗਈ ਹੈ ਉਹਨੂੰ ਗੁਰਸਿੱਖਾਂ ਦੇ ਜੀਵਨ ਸੁਣਨ ਦੀ ਆਦਤ ਕਿੱਥੋਂ ਪਏਗੀ? ਇਸ ਕਰਕੇ ਪਹਿਲੀ ਸਟੇਜ ਦੇ ਵਿੱਚ 2 ਕੰਮ ਕਰਨੇ ਨੇ। ਜੇ ਤੂੰ ਕੁਝ ਗਲਤ ਸੁਣ ਰਿਹਾ ਹੈ, ਨਿੰਦਿਆ ਸੁਣ ਰਿਹਾ ਹੈ, ਉਹ ਸੁਣਨਾ ਬੰਦ ਕਰ ਅਤੇ ਚੰਗਾ ਸੁਣਨਾ ਸ਼ੁਰੂ ਕਰ। ਇਹ ਪਹਿਲੀ ਸਟੇਜ ਹੈ। ਸੁਣਿਆ ਸਿੱਧ ਪੀਰ ਸੁਰਨਾਥ, ਇਹ ਪਹਿਲੀ ਸਟੇਜ। ਪਰ ਜਿੰਨੀ ਦੇਰ ਤੱਕ ਤੂੰ ਨਿੰਦਿਆ ਅਤੇ ਮਾੜਾ ਸੁਣਨਾ ਬੰਦ ਨਹੀਂ ਕਰਦਾ ਉਨੀ ਦੇਰ ਤੱਕ ਤੈਨੂੰ ਚੰਗਾ ਸੁਣਨ ਦਾ ਵੀ ਚਾਅ ਪੈਦਾ ਨਹੀਂ ਹੋਣਾ। ਤਾਂ ਹੀ ਮਹਾਰਾਜ ਨੇ ਬਚਨ ਕੀਤਾ ਹੈ, ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੂੜਿਆਰਾਂ ਚਿੱਤ ਉਦਾਸ। ਓਏ ਵਲ ਛਲ ਕਰ ਝੱਤ ਕੱਢ ਦੇ, ਫਿਰ ਜਾਏ ਬਹਿ ਕੂੜਿਆਰਾਂ ਪਾਸ। ਉਹਨਾਂ ਦਾ ਚਿੱਤ ਹੀ ਹੁਣ ਗੰਦੀ ਨਿੰਦਿਆ ਦੇ ਵਿੱਚ ਜਾਂ ਲੱਚਰ ਗੀਤਾਂ ਵਿੱਚ ਜੁੜਿਆ ਹੋਇਆ। ਇਸ ਕਰਕੇ ਜਿਹੜੇ ਨਿੰਦਿਆ ਕਰਦੇ ਨੇ ਉਹਨਾਂ ਕੋਲ ਬੈਠ ਕੇ ਉਹਨਾਂ ਦੀਆਂ ਗੱਲਾਂ ਸੁਣਨ ਦਾ ਤਾਂ ਪੂਰਾ ਜੀਅ ਕਰੇਗਾ,
ਗੁਰੂ ਕੋਲ ਬੈਠ ਕੇ ਗੁਰਬਾਣੀ ਦੀਆਂ ਗੱਲਾਂ ਸੁਣਨ ਦਾ ਇਹਨੂੰ ਜੀ ਨਹੀਂ ਕਰਦਾ। ਇਸ ਕਰਕੇ ਕਿਉਂਕਿ ਮਹਾਰਾਜ ਕਹਿੰਦੇ ਵੀ ਇਹਦਾ ਮਨ ਹੀ ਨਿੰਦਿਆ ਦਾ ਇੰਨਾ ਆਦੀ ਹੋ ਗਿਆ ਹੈ ਕਿ ਉਹਦੇ ਤੋਂ ਉਹ ਨਹੀਂ ਛੁੱਟਦਾ। ਪਰ ਮਹਾਰਾਜ ਕਹਿੰਦੇ ਪਹਿਲੀ ਸਟੇਜ ਦੇ ਵਿੱਚ ਤੈਨੂੰ ਜ਼ੋਰ ਲਾਉਣਾ ਹੀ ਪੈਣਾ ਹੈ। ਜੇ ਕਵੇਂ ਵੀ ਜ਼ੋਰ ਨਾ ਲਾ ਕੇ ਫਿਰ ਵੀ ਮੇਰਾ ਕੰਮ ਹੋ ਜਾਊਗਾ, ਤੁਸੀਂ ਦੇਖੋ ਦੁਨੀਆ ਦਾ ਕੋਈ ਵੀ ਕੰਮ ਕਰਨਾ ਹੋਵੇ ਨਾ ਜੀ, ਜ਼ੋਰ ਲਾਉਣਾ ਹੀ ਪੈਂਦਾ। ਕਿਸੇ ਦਾ ਢਿੱਡ ਵੱਧ ਜਾਵੇ ਨਾ, ਢਿੱਡ ਘਟਾਉਣਾ ਹੈ ਅਤੇ ਬੰਦਾ ਭੱਜਦਾ, ਜ਼ੋਰ ਪੂਰਾ ਲੱਗਦਾ ਹੈ। ਅਤੇ ਜ਼ੋਰ ਨਾ ਲਾਉਣਾ ਚਾਹਵੇ ਸਰੀਰ ਵੀ ਫਿੱਟ ਨਹੀਂ ਹੁੰਦਾ। ਜਿਮ ਦੇ ਵਿੱਚ ਬੰਦੇ ਜਾਂਦੇ ਨੇ, ਸਰੀਰ ਦਾ ਜ਼ੋਰ ਲਾਉਂਦੇ ਨੇ, ਫਿਰ ਹੀ ਬੋਡੀ ਨੂੰ ਆਪਣੇ ਮਨ ਚਾਹਿਆ ਬਣਾਉਂਦੇ ਨੇ ਨਾ, ਫਿਰ ਹੀ ਬੋਡੀ ਨੂੰ ਫਿੱਟ ਬਣਾਉਂਦੇ ਨੇ। ਸਰੀਰ ਨੂੰ ਫਿੱਟ ਕਰਨਾ ਹੈ, ਸਰੀਰ ਨੂੰ ਤੰਦਰੁਸਤ ਕਰਨਾ ਤਾਂ ਜ਼ੋਰ ਲੱਗਦਾ ਹੈ, ਅਤੇ ਮਨ ਨੂੰ ਤੰਦਰੁਸਤ ਕਰਨਾ ਹੋਵੇ ਕਿੰਨਾ ਜ਼ੋਰ ਲੱਗਦਾ ਹੋਵੇਗਾ। ਜ਼ੋਰ ਤਾਂ ਲਾਉਣਾ ਪੈਣਾ ਹੈ। ਜ਼ੋਰ ਲਾ ਕੇ ਨਿੰਦਿਆ ਛੱਡ, ਜ਼ੋਰ ਲਾ ਕੇ ਲੱਚਰ ਗੀਤ ਸੁਣਨਾ ਬੰਦ ਕਰ, ਜ਼ੋਰ ਲਾ ਕੇ ਗਲਤ ਵੇਖਣਾ ਬੰਦ ਕਰ। ਅਤੇ ਜਦੋਂ ਮਾੜਾ ਸੁਣਨਾ ਬੰਦ ਕਰੇਗਾ ਅਤੇ ਗੁਰਸਿੱਖਾਂ ਦੇ ਜੀਵਨ ਸੁਣੇਗਾ, ਫਿਰ ਤੂੰ ਅਗਲੀ ਸਟੇਜ ਦੇ ਵਿੱਚ ਪ੍ਰਵੇਸ਼ ਕਰੇਗਾ। ਗੁਰਬਾਣੀ ਦੇ ਵਿੱਚ ਇੱਕ ਬਚਨ ਆਉਂਦਾ ਹੈ ਜਿਸ ਦੇ ਵਿੱਚ ਸਤਿਗੁਰੂ ਜੀ ਨੇ ਮੋਹਰ ਲਾਈ ਹੈ ਕਿ ਅਸੀਂ ਪਹਿਲੀ ਸਟੇਜ ਦੇ ਵਿੱਚ ਕਰਨਾ ਕੀ ਹੈ। ਇੱਕ ਬਚਨ ਆਪਾਂ ਗੁਰੂ ਅਰਜਨ ਸਾਹਿਬ ਜੀ ਦਾ ਪੜ੍ਹਦੇ ਹਾਂ ਕਿ ਇਹ ਬਿਧ ਸੁਣ ਕੇ ਸੁਣਿਆ, ਇਹ ਬਿਧ ਸੁਣ ਕੇ ਜਾਟ ਰੋ, ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਹੁਣ ਧੰਨੇ ਭਗਤ ਨੂੰ ਪਰਮਾਤਮਾ ਦੇ ਪ੍ਰਤੱਖ ਦਰਸ਼ਨ ਹੋ ਗਏ ਅਤੇ ਭਗਤੀ ਵਿੱਚ ਜੁੜ ਗਿਆ। ਅਤੇ ਮਹਾਰਾਜ ਕਹਿੰਦੇ ਉਹ ਭਗਤੀ ਵਿੱਚ ਜੁੜਿਆ ਪਤਾ ਕਿਵੇਂ, ਮੰਜ਼ਿਲ 'ਤੇ ਪਤਾ ਕਿਵੇਂ ਪਹੁੰਚਿਆ। ਇਹ ਬਿਧ ਸੁਣ ਕੇ ਉਹਨੇ ਕੁਝ ਸੁਣਿਆ। ਮਹਾਰਾਜ ਭਗਤ ਧੰਨੇ ਨੇ ਐਸਾ ਕੀ ਸੁਣ ਲਿਆ ਕਿ ਉਹ ਭਗਤੀ ਕਰਨ ਲੱਗ ਗਿਆ, ਭਗਤੀ ਕਰਨ ਦਾ ਚਾਅ ਪੈਦਾ ਹੋ ਗਿਆ। ਅਤੇ ਫਿਰ ਇਸ ਗੱਲ ਨੂੰ ਸਮਝਣ ਲਈ ਆਓ ਇਹ ਸ਼ਬਦ ਸ਼ੁਰੂ ਤੋਂ ਪੜ੍ਹਦੇ ਹਾਂ। ਮਹਾਰਾਜ ਨੇ ਇਸ ਸ਼ਬਦ ਦੀ ਪ੍ਰਾਰੰਭਤਾ ਕੀਤੀ। ਮਹਾਰਾਜ ਕਹਿੰਦੇ ਨੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀਨਾ। ਮਹਾਰਾਜ ਕਹਿੰਦੇ ਇਹ ਭਗਤ ਧੰਨਾ ਕੀ ਕਰਦਾ ਸੀ, ਕਈ ਵਾਰੀ ਇਹਦੇ ਘਰ ਕੋਈ ਮੁਸਾਫਰ ਆ ਜਾਂਦੇ ਅਤੇ ਉਹ ਸਾਧ ਸੰਗਤ ਰੱਤੇ ਹੋਏ ਸਾਧੂ ਪੁਰਸ਼ ਹੁੰਦੇ, ਅਤੇ ਉਸ ਵਕਤ ਭਗਤ ਕਬੀਰ ਵਰਗੇ, ਭਗਤ ਨਾਮਦੇਵ ਵਰਗੇ ਇੰਨੇ ਮਸ਼ਹੂਰ ਹੋ ਗਏ ਸੀ ਆਪਣੇ ਜੀਵਨ ਕਰਕੇ ਕਿ ਹਰ ਜਗਿਆਸੂ ਦੀ ਜ਼ਬਾਨ 'ਤੇ ਉਹਨਾਂ ਦਾ ਨਾਮ ਹੁੰਦਾ ਸੀ। ਉਹਨਾਂ ਦੇ ਜੀਵਨ ਦੀਆਂ ਘਟਨਾਵਾਂ ਅਕਸਰ ਦੱਸ ਦਿੰਦੇ ਹੁੰਦੇ ਸਨ। ਭਗਤ ਧੰਨਾ ਜੀ ਵੀ ਅਕਸਰ ਐਸੇ ਸਾਧੂ ਪੁਰਸ਼ਾਂ ਦੀ ਸੰਗਤ ਕਰਨ ਲੱਗ ਗਏ ਅਤੇ ਉਹ ਸਾਧੂ ਪੁਰਸ਼ ਫਿਰ ਆਪਣੀ ਜ਼ਬਾਨ ਤੋਂ ਕਦੀ ਭਗਤ ਨਾਮਦੇਵ ਦੀ ਗੱਲ ਸੁਣਾਉਣੀ ਕਿ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ। ਇੱਕ ਐਸਾ ਵੀ ਭਗਤ ਹੋਇਆ ਨਾਮਦੇਵ, ਜਾਤ ਕਰਕੇ ਸ਼ੀਂਬਾ ਹੈ, ਦੁਨੀਆ ਉਹਨੂੰ ਨੀਵਾਂ ਕਹਿੰਦੀ ਹੈ, ਅਤੇ ਜਿਹਨੂੰ ਦੁਨੀਆ ਕੌਡੀ ਦੇ ਭਾਅ ਦਾ ਕਹਿੰਦੀ ਹੈ, ਅੱਧੀ ਕੌਡੀ ਜਿਹਦੀ ਕੀਮਤ ਦੁਨੀਆ ਦੱਸਦੀ ਸੀ, ਗੋਬਿੰਦ ਗੋਬਿੰਦ ਦਾ ਨਾਮ ਜਪ ਜਪ ਕੇ ਉਹ ਭਗਤ ਨਾਮਦੇਵ ਜੀ ਵੀ ਲੱਖਾਂ ਵਰਗਾ ਹੋ ਗਿਆ। ਭਾਵ ਉਹਦਾ ਜੀਵਨ ਬਹੁਤ ਉੱਚਾ ਹੋ ਗਿਆ। ਐਸੇ ਭਗਤ ਨਾਮਦੇਵ। ਹੁਣ ਭਗਤ ਨਾਮਦੇਵ ਜੀ ਦੇ ਜੀਵਨ ਦੀਆਂ ਘਟਨਾਵਾਂ ਭਗਤ ਧੰਨਾ ਜੀ ਆਪਣੇ ਕੰਨਾਂ ਤੋਂ ਸੁਣਿਆ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀਨਾ। ਰਹਾਓ ਬੁਨਨਾ ਤਨਨਾ ਤਿਆਗ ਕੈ, ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਾਹਰਾ, ਭਇਓ ਗੁਣੀ ਗਹੀਰਾ। ਭਗਤ ਧੰਨੇ ਨੇ ਕੰਨਾਂ ਤੋਂ ਸੁਣਿਆ ਕਿ ਕਿਵੇਂ ਭਗਤ ਕਬੀਰ ਜੀ ਜਿਹੜੇ ਜਾਤ ਕਰਕੇ ਜੁਲਾਹਾ ਸਨ, ਜਿਹੜੇ ਕੇਵਲ ਤਨਣਾ ਬੁਣਨਾ ਜਾਣਦੇ ਸਨ, ਐਸੀ ਅਵਸਥਾ ਬਣੀ ਕਿ ਭਾਵੇਂ ਹੱਥਾਂ ਕਰਕੇ ਉਹ ਕੱਪੜਿਆਂ ਦਾ ਹੀ ਪ੍ਰਬੰਧ ਸਾਂਭ ਰਹੇ ਨੇ, ਪਰ ਮਨ ਪਰਮਾਤਮਾ 'ਚ ਜੁੜ ਗਿਆ। ਇੱਥੋਂ ਇਹ ਨਹੀਂ ਸਮਝ ਲੈਣਾ ਵੀ ਉਹਨਾਂ ਨੇ ਆਪਦੀ ਕਿਰਤ ਛੱਡ ਦਿੱਤੀ। ਹਾਥ ਪਾਉ ਕਰ ਕਾਮ ਸਭ, ਚੀਤ ਨਿਰੰਜਨ ਨਾਲ, ਹੱਥਾਂ ਦੇ ਨਾਲ ਕੱਪੜੇ ਤਨ ਬੁਣ ਰਹੇ ਨੇ, ਪਰ ਹੁਣ ਮਨ ਨੇ ਤਨਣਾ ਬੁਣਨਾ ਛੱਡਤਾ, ਮਨ ਪਰਮਾਤਮਾ ਦੀ ਪ੍ਰੀਤ ਵਿੱਚ ਜੁੜ ਗਿਆ। ਤਨਣਾ ਬੁਨਣਾ ਛਾੜ ਕੇ ਵਾਹਿਗੁਰੂ, ਬੁਨਣਾ ਤਨਣਾ ਤਿਆਗ ਕੈ, ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਾਹਰਾ, ਭਇਓ ਗੁਣੀ ਗਹੀਰਾ। ਜਿਹਨੂੰ ਲੋਕ ਨੀਚ ਕੁੱਲ ਵਾਲਾ ਕਹਿੰਦੇ ਸਨ, ਉਸ ਪਰਮਾਤਮਾ ਨੂੰ ਜਪ ਜਪ ਕੇ ਉਹ ਭਗਤ ਕਬੀਰ ਵੀ ਗੁਣਾਂ ਦੇ ਸਮੁੰਦਰ ਹੋ ਗਏ, ਗੁਣਾਂ ਦੇ ਖਜ਼ਾਨੇ ਹੋ ਗਏ। ਭਗਤ ਧੰਨੇ ਨੇ ਸੁਣਿਆ। ਫਿਰ ਸੁਣਿਆ ਰਵਿਦਾਸ ਢਵੰਤਾ ਢੋਰ ਨੀਤ, ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਭਗਤ ਰਵਿਦਾਸ ਜੀ ਦੇ ਬਾਰੇ ਸੁਣਿਆ ਕਿ ਮਰੇ ਪਸ਼ੂ ਢੋਣ ਵਾਲਾ ਭਗਤ ਰਵਿਦਾਸ, ਜਦੋਂ ਉਹਨੇ ਮਾਇਆ ਦਾ ਤਿਆਗ ਕੀਤਾ, ਸਾਧ ਸੰਗਤ ਵਿੱਚ ਪਰਮਾਤਮਾ ਦਾ ਨਾਮ ਜਪਣ ਲੱਗਿਆ, ਅਤੇ ਉਸ ਭਗਤ ਰਵਿਦਾਸ ਜੀ ਨੂੰ ਵੀ ਪਰਮਾਤਮਾ ਦੇ ਦਰਸ਼ਨ ਹੋ ਗਏ। ਫਿਰ ਸੁਣਿਆ ਸੈਨ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ, ਭਗਤਾ ਮੈਂ ਗਣਿਆ। ਫਿਰ ਭਗਤ ਸੈਨ ਬਾਰੇ ਸੁਣਿਆ ਕਿ ਲੋਕਾਂ ਦੇ ਛੋਟੇ ਮੋਟੇ ਕੰਮ ਕਰਨ ਵਾਲਾ ਭਗਤ ਸੈਨ, ਜਦੋਂ ਉਹ ਵੀ ਪਰਮਾਤਮਾ ਦੀ ਭਗਤੀ ਵਿੱਚ ਜੁੜਿਆ ਅਤੇ ਬੜਾ ਉੱਚਾ ਭਗਤ ਸਦਾਉਣ ਲੱਗ ਗਿਆ। ਜਦੋਂ ਐਸੇ ਪਹੁੰਚ ਚੁੱਕਿਆ ਦੀਆਂ ਘਟਨਾਵਾਂ ਭਗਤ ਧੰਨਾ ਜੀ ਨੇ ਆਪਣੇ ਕੰਨਾਂ ਤੋਂ ਸੁਣੀਆਂ,
ਤੇ ਫਿਰ ਮਹਾਰਾਜ ਕਹਿੰਦੇ ਕੀ ਹੋਇਆ, ਇਹ ਬਿਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ। ਜਦੋਂ ਉਹਨਾਂ ਮਹਾਂਪੁਰਖਾਂ ਦੇ ਜੀਵਨ ਦੀਆਂ ਘਟਨਾਵਾਂ ਵਾਰ-ਵਾਰ ਸੁਣੀਆਂ ਤੇ ਭਗਤ ਧੰਨੇ ਦੇ ਅੰਦਰ ਵੀ ਚਾਅ ਪੈਦਾ ਹੋ ਗਿਆ ਵੀ ਮੈਂ ਕਿਉਂ ਨਹੀਂ ਜਪ ਲੈਂਦਾ, ਹੁਣ ਮੈਂ ਵੀ ਭਗਤੀ ਕਰਾਂਗਾ, ਮੈਂ ਵੀ ਜਪਾਂਗਾ। ਇਹ ਬਿਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਮਹਾਂਪੁਰਖਾਂ ਦੀਆਂ ਗਾਥਾਵਾਂ ਸੁਣ ਕੇ ਉਹਦੇ ਅੰਦਰ ਵੀ ਚਾਅ ਪੈਦਾ ਹੋ ਗਿਆ ਤੇ ਭਗਤੀ 'ਚ ਜੁੜ ਗਿਆ। ਇਸ ਕਰਕੇ ਪਹਿਲੀ ਸਟੇਜ ਦੇ ਵਿੱਚ ਅਸੀਂ ਵੀ ਆਪਣੇ ਗੁਰਸਿੱਖਾਂ ਦੇ ਜੀਵਨ ਬਾਰੇ ਸੁਣਿਆ ਕਰੀਏ, ਇਤਿਹਾਸ ਛੱਡ ਨਹੀਂ ਦੇਣਾ। ਅਸੀਂ ਵੀ ਸੁਣੀਏ ਤਾਰੂ ਸਿੰਘ ਨੂੰ ਤਾਂ ਕਿ ਕੇਸਾਂ ਦੀ ਸੰਭਾਲ ਕਰਨ ਦਾ ਸਾਡੇ ਅੰਦਰ ਵੀ ਚਾਅ ਪੈਦਾ ਹੋ ਜਾਵੇ। ਅਸੀਂ ਵੀ ਸੁਣੀਏ ਭਾਈ ਮਤੀ ਦਾਸ ਨੂੰ ਤਾਂ ਕਿ ਸਾਨੂੰ ਵੀ ਆਪਣੇ ਗੁਰੂ ਦੇ ਸਨਮੁਖ ਰਹਿਣ ਦਾ, ਗੁਰੂ ਦੇ ਚਰਨਾਂ 'ਤੇ ਰਹਿਣ ਦਾ ਚਾਅ ਪੈਦਾ ਹੋ ਜਾਵੇ। ਅਸੀਂ ਸੁਣੀਏ ਜੀਵਨ ਬਾਬਾ ਬੰਦਾ ਸਿੰਘ ਬਹਾਦਰ ਦਾ ਤਾਂ ਕਿ ਗੁਰੂ ਕੇ ਬੰਦੇ ਬਣਨ ਦਾ ਚਾਅ ਸਾਡੇ ਅੰਦਰ ਪੈਦਾ ਹੋ ਜਾਵੇ। ਸੁਣੀਏ ਚਾਰ ਸਾਹਿਬਜ਼ਾਦਿਆਂ ਦੀਆਂ ਗਾਥਾਵਾਂ ਨੂੰ ਤਾਂ ਕਿ ਸਾਡੇ ਅੰਦਰ ਵੀ ਲਾਲਚ ਛੱਡ ਕੇ ਸਿੱਖੀ ਕਮਾਉਣ ਦਾ ਚਾਅ ਪੈਦਾ ਹੋ ਜਾਵੇ। ਜਦੋਂ ਅਸੀਂ ਆਪਣੇ ਵਡਮੁੱਲੇ ਇਤਿਹਾਸ ਨੂੰ ਸੁਣਾਂਗੇ ਫਿਰ ਵਾਰ-ਵਾਰ ਇਤਿਹਾਸ ਤੇ ਗਾਥਾਵਾਂ ਸੁਣਨ ਵਾਲੇ ਦੇ ਅੰਦਰ ਉਹੋ ਜਿਹਾ ਬਣਨ ਦਾ ਚਾਅ ਪੈਦਾ ਹੋ ਜਾਂਦਾ ਹੈ। ਤੇ ਜਦੋਂ ਬੰਦਾ ਇਹ ਸੁਣਦਾ ਹੈ ਫਿਰ ਉਹਦੇ ਅੰਦਰ ਚਾਅ ਪੈਦਾ ਹੋ ਜਾਂਦਾ ਨਿਤਨੇਮ ਕਰਨ ਦਾ, ਨਾਮ ਜਪਣ ਦਾ। ਇਹ ਅਗਲੀ ਸਟੇਜ ਆ ਜੀ। ਪਹਿਲੀ ਸਟੇਜ ਦੇ ਵਿੱਚ ਬੁਰਾ ਸੁਣਨਾ ਬੰਦ ਕਰਕੇ ਵਡਮੁੱਲਾ ਇਤਿਹਾਸ ਸੁਣਿਆ ਤੇ ਸੁਣ ਕੇ ਅੰਦਰ ਚਾਅ ਪੈਦਾ ਹੋ ਗਿਆ ਨਿਤਨੇਮ ਕਰਨ ਦਾ, ਨਾਮ ਜਪਣ ਦਾ। ਹੁਣ ਦੂਜੀ ਸਟੇਜ ਦੇ ਵਿੱਚ ਇਹ ਹੁਣ ਨਿਤਨੇਮ ਕਰਨਾ ਸ਼ੁਰੂ ਕਰ ਦਿੰਦਾ ਹੈ, ਨਾਮ ਜਪਣਾ ਸ਼ੁਰੂ ਕਰ ਦਿੰਦਾ ਹੈ। ਤੇ ਤੁਸੀਂ ਕਹੋਗੇ ਵੀ ਗੱਲ ਸੁਣਨ ਦੀ ਹੋ ਰਹੀ ਹੈ ਤੇ ਮੈਂ ਇੱਥੇ ਨਿਤਨੇਮ ਕਰਨ ਦੀ ਗੱਲ ਕਰਨ ਲੱਗ ਗਿਆ। ਤਾਂ ਮੈਂ ਬੇਨਤੀ ਕਰਾਂ ਸਾਧ ਸੰਗਤ, ਨਾਮ ਜਪਣਾ ਕੇਵਲ ਰਸਨਾ ਤੋਂ ਜ਼ਬਾਨ ਤੋਂ ਬੋਲਣ ਦਾ ਅਭਿਆਸ ਨਹੀਂ ਹੈ। ਨਾਮ ਜਪਣਾ ਕੰਨਾਂ ਤੋਂ ਸੁਣਨ ਦਾ ਵੀ ਅਭਿਆਸ ਹੈ। ਨਿਤਨੇਮ ਕਰਨਾ ਕੇਵਲ ਜ਼ਬਾਨ ਕਰਕੇ ਪੜ੍ਹ ਦੇਣ ਦਾ ਅਭਿਆਸ ਨਹੀਂ, ਨਿਤਨੇਮ ਕਰਨਾ ਕੰਨਾਂ ਤੋਂ ਸੁਣਨ ਦਾ ਅਭਿਆਸ ਹੈ। ਅਸਲ ਦੇ ਵਿੱਚ ਜਦੋਂ ਅਸੀਂ ਨਿਤਨੇਮ ਕਰਨਾ ਹੈ ਜ਼ੁਬਾਨ ਕਰਕੇ ਬੋਲੀਏ ਤੇ ਕੰਨ ਉਸ ਫਿਰ ਬੋਲਾਂ ਨੂੰ ਸੁਣਨ ਵੀ। ਇਹ ਨਹੀਂ ਵੀ ਪੜ੍ਹ ਦਿੱਤਾ ਇੱਕ ਓਂਕਾਰ ਤੇ ਸਤਨਾਮ, ਕੱਲੀ ਜ਼ੁਬਾਨ ਪੜ੍ਹ ਰਹੀ ਹੈ ਤੇ ਕੰਨ ਕੁਝ ਸੁਣ ਨਹੀਂ ਰਹੇ। ਮਹਾਰਾਜ ਕਹਿੰਦੇ ਜੋ ਕੁਝ ਜ਼ੁਬਾਨ ਤੇਰੀ ਗੁਰੂ ਬਾਰੇ ਬੋਲ ਰਹੀ ਹੈ ਆਪਣੇ ਕੰਨਾਂ ਤੋਂ ਸੁਣ ਵੀ। ਜਦੋਂ ਬੰਦਾ ਨਾਮ ਦੇ ਵਿੱਚ ਜੁੜਦਾ, ਨਾਮ ਜਪਦਾ ਹੈ, ਵਾਹਿਗੁਰੂ ਕਿਹਾ, ਜਿਵੇਂ ਹੀ ਰਸਨਾ ਤੋਂ ਵਾਹਿਗੁਰੂ ਕਿਹਾ, ਇੰਨਾ ਸਾਵਧਾਨ ਹੋ ਕੇ ਬੈਠੀਏ ਵੀ ਕੰਨ ਉਸ ਕਹੇ ਵਾਹਿਗੁਰੂ ਸ਼ਬਦ ਨੂੰ ਸੁਣਨ ਵੀ। ਇਹ ਅਸਲ ਦੇ ਵਿੱਚ ਅਭਿਆਸ ਹੈ। ਇਹ ਸੁਣਨ ਦੀ ਦੂਸਰੀ ਸਟੇਜ ਹੈ। ਇਤਿਹਾਸ ਸੁਣ ਕੇ ਇਹਨੂੰ ਜਪਣ ਦਾ ਚਾਅ ਪੈਦਾ ਹੋ ਜਾਂਦਾ ਹੈ ਤੇ ਦੂਸਰੀ ਸਟੇਜ ਦੇ ਵਿੱਚ ਫਿਰ ਇਹ ਨਾਮ ਜਪ ਕੇ ਉਹਨੂੰ ਸੁਣਦਾ ਹੈ। ਤਾਂ ਹੀ ਮਹਾਰਾਜ ਨੇ ਕਿਹਾ ਗਾਵੀਐ ਸੁਣੀਐ ਮਨ ਰੱਖੀਐ ਭਾਉ। ਇਹ ਨਹੀਂ ਵੀ ਜ਼ਬਾਨ ਤੋਂ ਕੇਵਲ ਗਾਈ ਜਾਣਾ ਹੈ, ਉਹਨੂੰ ਸੁਣਨਾ ਵੀ ਹੈ ਤੇ ਉਹਦੇ ਨਾਲ ਪ੍ਰੀਤ ਵੀ ਪੈਦਾ ਕਰਨੀ ਹੈ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਕਰ ਲੈ ਜਾਏ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਜਦੋਂ ਅਸੀਂ ਨਿਤਨੇਮ ਕਰਦੇ ਹਾਂ ਆਪਣੇ ਕੰਨਾਂ ਤੋਂ ਸੁਣੀਏ ਵੀ। ਇਹ ਤਾਂ ਵੈਸੇ ਬੜੀਆਂ ਅਧਿਆਤਮਿਕ ਗੱਲਾਂ ਨੇ। ਆਮ ਤੌਰ 'ਤੇ ਦੇਖਿਆ ਬੰਦਾ ਦੁਨੀਆ ਦੀ ਗੱਲ ਨਹੀਂ ਧਿਆਨ ਨਾਲ ਸੁਣਦਾ, ਗੁਰੂ ਦੀ ਗੱਲ ਤਾਂ ਫਿਰ ਵੀ ਬੜੀ ਦੂਰ ਦੀ ਗੱਲ ਹੈ। ਦੁਨਿਆਵੀ ਤੌਰ 'ਤੇ ਵੀ ਵਿਚਾਰਾਂ ਹੋ ਰਹੀਆਂ ਹੋਣ ਨਾ, ਬੰਦਾ ਸੁਣਾਉਣਾ ਵੱਧ ਚਾਹੁੰਦਾ, ਸੁਣਨਾ ਨਹੀਂ ਚਾਹੁੰਦਾ। ਆਪਦੀਆਂ ਦਸੇ ਦੀਆਂ 10 ਗੱਲਾਂ ਦੁਨੀਆ ਨੂੰ ਸੁਣਾਉਣਾ ਚਾਹੁੰਦਾ, ਪਰ ਲੋਕਾਂ ਦੀਆਂ ਇੱਕ ਜਾਂ ਦੋ ਗੱਲਾਂ ਵੀ ਆਪਣੇ ਕੰਨਾਂ ਤੋਂ ਸੁਣਨਾ ਨਹੀਂ ਚਾਹੁੰਦਾ। ਇਹੀ ਕਾਰਨ ਹੈ ਕਿ ਦੁਨੀਆ ਦੇ ਵਿੱਚ ਝਗੜੇ ਤੇ ਬਖੇੜੇ ਚੱਲਦੇ ਰਹਿੰਦੇ ਨੇ। ਕਈ ਵਾਰੀ ਕੌਮਾਂ ਵੀ ਦੋ ਫਾੜ ਹੋ ਜਾਂਦੀਆਂ ਨੇ, ਕਾਰਨ ਅਸੀਂ ਸਿਰਫ ਸੁਣਾਉਣਾ ਚਾਹੁੰਦੇ ਹਾਂ, ਸੁਣਨਾ ਨਹੀਂ ਚਾਹੁੰਦੇ। ਤੇ ਮਹਾਰਾਜ ਕਹਿੰਦੇ ਭਾਈ ਅਸਲ ਦੇ ਵਿੱਚ ਸਿੱਖ ਬਣਦਾ ਹੀ ਉਹ ਹੈ ਜਿਹਨੂੰ ਸੁਣਨਾ ਆ ਗਿਆ। ਤੇ ਜਦੋਂ ਸਾਨੂੰ ਸੁਣਨਾ ਆ ਗਿਆ ਨਾ ਜੀ, ਫਿਰ ਸਾਡੇ ਝਗੜੇ ਵੀ ਮੁੱਕ ਜਾਣਗੇ। ਸੁਣੀਏ ਤਾਂ ਸਹੀ ਵੀ ਅਗਲਾ ਕਹਿਣਾ ਕੀ ਚਾਹੁੰਦਾ, ਸੁਣੀਏ ਤਾਂ ਸਹੀ ਵੀ ਅਗਲਾ ਆਪਣੇ ਵਿਚਾਰਾਂ 'ਚੋਂ ਕੀ ਪ੍ਰਗਟ ਕਰਨਾ ਚਾਹੁੰਦਾ। ਅਸੀਂ ਸੁਣਨਾ ਘਟਾਤਾ, ਬੋਲਣਾ ਵਧਾਤਾ, ਇਹਦੇ ਕਰਕੇ ਸਾਡੇ ਅੰਦਰ ਸੁੱਕ ਰਹੇ ਨੇ। ਮਹਾਰਾਜ ਕਹਿੰਦੇ ਜਿੰਨਾ ਬੋਲਦਾ ਹੈ ਉਹਦੇ ਤੋਂ ਵੱਧ ਸੁਣਿਆ ਕਰ। ਤੇ ਜੇ ਇਸ ਤਰ੍ਹਾਂ ਕਰੇਗਾ ਫੇਰ ਹੀ ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਤੇ ਦੂਸਰੀ ਸਟੇਜ ਦੇ ਵਿੱਚ ਆਪਾਂ ਕੀ ਕਰਨਾ ਹੈ, ਨਿਤਨੇਮ ਕਰਦੇ ਹਾਂ ਫਿਰ ਆਪਣੇ ਕੰਨਾਂ ਤੋਂ ਸੁਣਨਾ ਵੀ ਹੈ। ਮਹਾਰਾਜ ਕਹਿੰਦੇ ਨੇ ਸੁਣਿਆ ਈਸਰ ਬਰਮਾ ਇੰਦ, ਸੁਣਿਆ ਮੁਖ ਸਾਲਾ ਹਨਮੰਦ, ਸੁਣਿਆ ਜੋਗ ਜੁਗਤ ਤਨ ਭੇਦ। ਇਹਨੂੰ ਜਪਣ ਦੀ ਜੁਗਤੀ, ਅਧਿਆਤਮਿਕ ਬੰਦਗੀ ਕਰਨ ਦੀ ਜੁਗਤੀ ਆ ਜਾਂਦੀ ਹੈ। ਆਪਣੀ ਰਸਨਾ ਤੋਂ ਜਪਦਾ ਹੈ ਤੇ ਫਿਰ ਕੰਨਾਂ ਤੋਂ ਸੁਣਦਾ ਹੈ। ਇਹ ਦੂਸਰੀ ਸਟੇਜ। ਤੇ ਜਦੋਂ ਬੰਦਾ ਨਿਤਨੇਮ ਕਰਕੇ ਕੰਨਾਂ ਤੋਂ ਸੁਣਨ ਲੱਗ ਪਵੇ, ਨਾਮ ਜਪਦਿਆਂ ਕੰਨਾਂ ਤੋਂ ਸੁਣ ਰਿਹਾ, ਇਸ ਤਰ੍ਹਾਂ ਦਾ ਅਭਿਆਸ ਕਰਦਾ ਹੈ, ਫਿਰ ਉਹਦੇ ਅੰਦਰ ਰਸ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ, ਅੰਦਰ ਗੁਣ ਆ ਜਾਂਦੇ ਨੇ। ਤੇ ਮੈਂ ਬੇਨਤੀ ਕਰਾਂ, ਬਹੁਤੀ ਵਾਰ ਦੁਨੀਆ ਦੇ ਵਿੱਚ ਦੇਖਿਆ ਹੈ ਬੰਦਾ ਸਿਰਫ ਜ਼ਬਾਨ ਕਰਕੇ ਬੋਲ ਰਿਹਾ ਹੈ,
ਆਏ ਦਿਨ ਜ਼ਬਾਨ ਕਰਕੇ ਪੜ੍ਹ ਦਿੰਦਾ ਬਾਣੀ, ਪਰ ਆਪਣੀ ਜ਼ਬਾਨ ਤੋਂ ਪੜ੍ਹ ਕੇ ਆਪਣੇ ਕੰਨਾਂ ਤੋਂ ਸੁਣਦਾ ਨਹੀਂ। ਤੇ ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਦ੍ਰਿਸ਼ਟਾਂਤ ਦੇ ਕੇ ਗੱਲ ਸਮਝਾਈਏ। ਮਹਾਰਾਜ ਕਹਿੰਦੇ ਮਾਨਕ ਮੋਤੀ ਹੀਰਿਆਂ ਬਹੁ ਮੁੱਲੇ ਸਭ ਕੋ ਵਰਸਾਏ, ਸੰਖ ਸਮੁੰਦਰੋਂ ਸਖਣਾ ਤਾਹਾਂ ਦੇ ਦੇ ਰੋਏ ਸੁਣਾਏ। ਸੁਣਨਾ ਆ ਗਿਆ ਤੇ ਅੰਦਰ ਆਨੰਦ ਆ ਜਾਏਗਾ, ਸੁਣਨਾ ਨਹੀਂ ਆਇਆ, ਜਿਹੜੇ ਬੰਦੇ ਸੁਣਦੇ ਨਹੀਂ ਫਿਰ ਉਹ ਤਾਹਾਂ ਮਾਰ ਮਾਰ ਕੇ ਰੋਂਦੇ ਨੇ। ਹੁਣ ਦੇਖੋ ਸਮੁੰਦਰ ਦੇ ਵਿੱਚ ਕਿੰਨੀਆਂ ਬੇਸ਼ੁਮਾਰ ਕੀਮਤੀ ਚੀਜ਼ਾਂ ਨੇ, ਕਿੰਨੇ ਰਤਨ ਉਸ ਸਮੁੰਦਰ ਦੇ ਵਿੱਚ ਹਨ, ਕਿੰਨੇ ਮੋਤੀ ਉਸ ਸਮੁੰਦਰ ਦੇ ਵਿੱਚੋਂ ਲੱਭ ਜਾਂਦੇ ਨੇ। ਤੇ ਮਹਾਰਾਜ ਕਹਿੰਦੇ ਜਿਹੜਾ ਸਮੁੰਦਰ ਰਤਨਾਂ ਤੇ ਮੋਤੀਆਂ ਨਾਲ ਭਰਿਆ ਹੈ, ਸੰਖ ਉਸੇ ਸਮੁੰਦਰ ਦੇ ਵਿੱਚ ਰਹਿ ਕੇ ਵੀ ਖਾਲੀ ਦਾ ਖਾਲੀ ਰਹਿ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਇਸੇ ਪ੍ਰਕਾਰ ਜੇ ਬੰਦਾ ਰੋਜ਼ ਨਿਤਨੇਮ ਜ਼ਬਾਨ ਕਰਕੇ ਪੜ੍ਹਦਾ ਰਿਹਾ ਹੈ, ਪਰ ਆਪਣੀ ਜ਼ਬਾਨ ਤੋਂ ਪੜ੍ਹ ਕੇ ਆਪਣੇ ਕੰਨਾਂ ਤੋਂ ਸੁਣਨ ਦਾ ਅਭਿਆਸ ਨਹੀਂ ਕਰਦਾ, ਉਹ ਬੰਦਾ ਵੀ ਗੁਨਾਹ ਤੋਂ ਇਸ ਤਰ੍ਹਾਂ ਸੱਖਣਾ ਰਹਿ ਜਾਂਦਾ ਹੈ ਜਿਵੇਂ ਸੰਖ ਸਮੁੰਦਰ 'ਚ ਰਹਿ ਕੇ ਵੀ ਖਾਲੀ ਦਾ ਖਾਲੀ ਰਹਿ ਜਾਂਦਾ ਹੈ। ਸੰਖ ਸਮੁੰਦਰ 'ਚ ਰਹਿ ਕੇ ਖਾਲੀ ਤੇ ਬੰਦਾ ਨਿਤਨੇਮ ਕਰਕੇ ਵੀ ਗੁਨਾਹ ਤੋਂ ਖਾਲੀ। ਕਿਉਂ? ਕਿਉਂਕਿ ਜ਼ਬਾਨ ਕਰਕੇ ਪੜ੍ਹ ਰਿਹਾ ਪਰ ਕੰਨਾਂ ਤੋਂ ਸੁਣਨ ਦਾ ਅਭਿਆਸ ਹੀ ਨਹੀਂ ਕਰ ਰਿਹਾ। ਰੋਜ਼ ਜਪਜੀ ਸਾਹਿਬ ਪੜ੍ਹ ਦਿੱਤਾ, ਪਰ ਜਦੋਂ ਫਤਿਹ ਬੁਲਾਉਂਦਾ ਉਦੋਂ ਹੀ ਪਤਾ ਲੱਗਦਾ ਵੀ ਅੱਛਾ ਮੈਂ ਤਾਂ ਪਾਠ ਵੀ ਪੂਰਾ ਕਰ ਲਿਆ। ਮਹਾਰਾਜ ਕਹਿੰਦੇ ਮਾਨਕ ਮੋਤੀ ਹੀਰਿਆਂ ਬਹੁ ਮੁੱਲੇ ਸਭ ਕੋ ਵਰਸਾਏ, ਸੰਖ ਸਮੁੰਦਰੋਂ ਸਖਣਾ ਤਾਹਾਂ ਦੇ ਦੇ ਰੋਏ ਸੁਣਾਏ। ਸਾਧ ਸੰਗਤ ਗੁਰ ਸ਼ਬਦ ਸੁਣ, ਗੁਰ ਉਪਦੇਸ਼ ਨਾ ਹਿਰਦੈ ਵਸਾਏ। ਜਿਹੜਾ ਸਾਧ ਸੰਗਤ ਦੇ ਵਿੱਚ ਗੁਰੂ ਦਾ ਸ਼ਬਦ ਸੁਣਦਾ ਨਹੀਂ, ਗੁਰੂ ਦੇ ਉਪਦੇਸ਼ ਨੂੰ ਹਿਰਦੇ 'ਤੇ ਵਸਾਉਂਦਾ ਨਹੀਂ, ਨਿਹਫਲ ਅਹਿਲਾ ਜਨਮ ਗਵਾਏ। ਜੀਵਨ ਬਿਰਥਾ ਚਲਾ ਜਾਂਦਾ ਹੈ ਪਰ ਅੰਦਰ ਰਸ ਨਹੀਂ ਆਉਂਦਾ। ਸੁਣਨ ਦੀ ਦੂਸਰੀ ਅਵਸਥਾ ਇਹ ਹੈ ਕਿ ਭਾਈ ਜੇ ਨਿਤਨੇਮ ਕਰਦਾ ਹੈ, ਨਾਮ ਜਪਦਾ ਹੈ, ਆਪਣੇ ਕੰਨਾਂ ਤੋਂ ਸੁਣ। ਜੇ ਵਾਹਿਗੁਰੂ ਕਿਹਾ ਹੈ, ਇਹ ਚਾਰੇ ਅੱਖਰ ਇਹ ਵਾਹਿਗੁਰੂ ਤੇਰੇ ਕੰਨਾਂ ਦੇ ਵਿੱਚ ਸੁਣਨੇ ਚਾਹੀਦੇ ਨੇ। ਧਿਆਨ ਦੇ ਵੀ ਮੈਂ ਬੋਲ ਕੀ ਰਿਹਾ, ਇਹ ਦੂਸਰੀ ਸਟੇਜ। ਤੇ ਜਦੋਂ ਬੰਦਾ ਇਹ ਕੁਝ ਕਰ ਲੈਂਦਾ ਹੈ ਫਿਰ ਕੀ ਹੁੰਦਾ ਹੈ? ਸੁਣਿਆ ਸਤ ਸੰਤੋਖ ਗਿਆਨ, ਅੰਦਰ ਗੁਣ ਆ ਜਾਂਦੇ ਨੇ, ਸੱਤ ਆ ਜਾਂਦਾ ਹੈ, ਸੰਤੋਖ ਆ ਜਾਂਦਾ ਹੈ, ਅੰਦਰੋਂ ਅਨੁਭਵ ਪੈਦਾ ਹੋ ਜਾਂਦਾ ਹੈ। ਜਿਹਨੂੰ ਸਤਿਗੁਰੂ ਨੇ ਕਿਹਾ ਕੰਨੀ ਸੁਣ ਸੁਣ ਸ਼ਬਦ ਸਲਾਹੀ, ਅੰਮ੍ਰਿਤ ਹਿਰਦੈ ਵਸਾਈ। ਫਿਰ ਕੰਨਾਂ ਤੋਂ ਸੁਣ ਸੁਣ ਕੇ ਪਰਮਾਤਮਾ ਨੂੰ ਸਲਾਹੁੰਦਾ ਹੈ ਤੇ ਉਹਦਾ ਨਾਮ ਹਿਰਦੇ ਵਿੱਚ ਵਸ ਜਾਂਦਾ ਹੈ। ਤੀਸਰੀ ਸਟੇਜ ਦੇ ਵਿੱਚ ਇਹਦਾ ਧਿਆਨ ਜੁੜ ਜਾਂਦਾ ਹੈ। ਸੁਣਿਆ ਲਾਗੇ ਸਹਿਜ ਧਿਆਨ। ਇਹਨੇ ਅਭਿਆਸ ਸੁਣਨ ਦਾ ਇੰਨਾ ਕਰ ਲਿਆ ਕਿ ਹੁਣ ਸੁਣਨ ਲਈ ਇਹਨੂੰ ਜ਼ੋਰ ਨਹੀਂ ਲਾਉਣਾ ਪੈਂਦਾ। ਰਸਨਾ ਵਾਹਿਗੁਰੂ ਬੋਲਦੀ ਏ ਤੇ ਕੰਨ ਆਪਣੇ ਆਪ ਸੁਣਦੇ ਨੇ ਧਿਆਨ ਦੇ ਨਾਲ। ਇਹਦਾ ਧਿਆਨ ਵੀ ਆਪਣੇ ਬੋਲਾਂ ਵਿੱਚ ਲੱਗ ਜਾਂਦਾ ਹੈ ਤੇ ਇਸ ਅਵਸਥਾ 'ਤੇ ਫਿਰ ਇਹਦੇ ਮਨ ਦੀ ਮੈਲ ਧੁੱਪ ਜਾਂਦੀ ਹੈ। ਹੁਣ ਦੇਖੋ ਇਸ ਤੋਂ ਪਹਿਲਾਂ ਹਜੇ ਨਿਤਨੇਮ ਕਰ ਰਿਹਾ ਸੀ ਪਰ ਰਸ ਨਹੀਂ ਸੀ ਆ ਰਿਹਾ। ਰਸ ਪਤਾ ਕਿਉਂ ਨਹੀਂ ਆਉਂਦਾ ਸਾਧ ਸੰਗਤ? ਕਿਉਂਕਿ ਮਨ ਇੰਨਾ ਮੈਲਾ ਹੋ ਚੁੱਕਾ ਹੈ। ਜਦੋਂ ਨਿਤਨੇਮ ਕਰਦੇ ਆ ਮਨ ਟਿਕਦਾ ਹੀ ਨਹੀਂ। ਟਿਕਦਾ ਕਿਉਂ ਨਹੀਂ? ਕਿਉਂਕਿ ਮਨ ਇੰਨਾ ਵਿਕਾਰੀ ਤੇ ਇੰਨਾ ਮੈਲਾ ਵੀ ਇਹਨੂੰ ਸੱਚੀ ਚੀਜ਼ ਤੋਂ ਡਰਦਾ ਹੈ, ਭੱਜਦਾ ਉਹਦੇ ਤੋਂ। ਨਿਤਨੇਮ ਹੁਣ ਕਿੰਨੀ ਸੱਚੀ ਚੀਜ਼ ਆ। ਤੇ ਜਦੋਂ ਗੁਟਕਾ ਸਾਹਿਬ ਫੜ ਕੇ ਦੇਖੀਏ, ਤਜਰਬਾ ਕਰ ਲਿਓ, ਵਿਕਾਰੀ ਮਨ ਉਸੇ ਵੇਲੇ ਕਿਤੇ ਹੋਰ ਭੱਜ ਜਾਏਗਾ, ਟਿਕਣਾ ਹੀ ਨਹੀਂ ਉੱਥੇ। ਤੇ ਉਦੋਂ ਪਰਤੇਗਾ ਜਦੋਂ ਅਸੀਂ ਫਤਿਹ ਵੀ ਬੁਲਾ ਦੇਵਾਂਗੇ, ਉਦੋਂ ਇਹਨੂੰ ਸਮਝ ਵੀ ਆ ਜਾਂਦੀ ਅੱਛਾ ਨਿਤਨੇਮ ਕਰ ਲਿਆ, ਹੁਣ ਵਾਪਸ ਆਉਣ ਦਾ ਸਮਾਂ। ਜਦੋਂ ਹੀ ਗੁਟਕਾ ਖੋਲੀਏ ਮਨ ਭੱਜ ਜਾਂਦਾ ਹੈ। ਕਿਉਂ? ਕਿਉਂਕਿ ਮਨ ਇੰਨਾ ਮੈਲਾ ਹੋ ਗਿਆ ਹੈ, ਜਿਵੇਂ ਹੁਣ ਹਨੇਰਾ ਚਾਨਣ ਤੋਂ ਭੱਜਦਾ ਹੈ, ਮੈਲਾ ਹੋ ਚੁੱਕਾ ਮਨ ਗੁਰਬਾਣੀ ਤੋਂ ਭੱਜਦਾ ਹੈ। ਹੁਣ ਇੱਕ ਹੋਰ ਦ੍ਰਿਸ਼ਟਾਂਤ ਦੇਵਾਂ। ਬਿਮਾਰ ਹੋ ਚੁੱਕੇ ਸਰੀਰ ਨੂੰ ਸਵਾਦਿਸ਼ਟ ਭੋਜਨ ਵੀ ਕੌੜਾ ਲੱਗਦਾ ਹੈ ਤੇ ਵਿਕਾਰੀ ਹੋ ਚੁੱਕੇ ਮਨ ਨੂੰ ਇੰਨੀ ਰਸਦਾਇਕ ਗੁਰਬਾਣੀ ਵੀ ਕੌੜੀ ਲੱਗਦੀ ਹੈ, ਕਿਉਂਕਿ ਮਨ ਇੰਨਾ ਵਿਕਾਰੀ ਹੋ ਗਿਆ। ਇਸ ਕਰਕੇ ਜਦੋਂ ਹੀ ਗੁਰਬਾਣੀ ਪੜ੍ਹਨ ਬੈਠੋ ਇਹ ਭੱਜ ਜਾਂਦਾ ਹੈ। ਕਿਉਂ? ਕਿਉਂਕਿ ਇਹਦੇ ਵਿੱਚ ਮੈਲ ਬਹੁਤ ਭਰੀ ਹੋਈ ਹੈ। ਤੇ ਜਦੋਂ ਅਸੀਂ ਜ਼ੋਰ ਲਾ ਕੇ ਵਾਰ-ਵਾਰ ਨਿਤਨੇਮ ਕਰਦੇ ਹਾਂ, ਮਨ ਨੂੰ ਟਿਕਾ ਕੇ ਸੁਣੋ ਤੇ ਇਸ ਤਰ੍ਹਾਂ ਅਭਿਆਸ ਕਰਦਿਆਂ ਫਿਰ ਕੀ ਹੁੰਦਾ ਹੈ? ਇਸ ਮਨ ਦੀ ਮੈਲ ਧੁੱਪਦੀ ਹੈ, ਇਹ ਮਨ ਸਾਫ਼ ਹੁੰਦਾ ਹੈ। ਇਹਦੇ ਜਿਹੜੇ ਮੰਦੇ ਫੁਰਨੇ ਆਉਂਦੇ ਨੇ ਉਹ ਕੰਟਰੋਲ ਦੇ ਵਿੱਚ ਹੁੰਦੇ ਨੇ। ਤੇ ਜਿੰਨੀ ਦੇਰ ਤੱਕ ਕੰਟਰੋਲ 'ਚ ਨਹੀਂ ਹੁੰਦੇ ਇਹਨੂੰ ਨਿਤਨੇਮ 'ਚ ਰਸ ਵੀ ਨਹੀਂ ਆਉਣਾ। ਤਾਂ ਹੀ ਭਾਈ ਗੁਰਦਾਸ ਜੀ ਨੇ ਕਿਹਾ ਸੱਚ ਸੰਪੂਰਨ ਨਿਰਮਲਾ, ਤਿਸ ਵਿੱਚ ਕੂੜ ਨਾ ਰਲਦਾ ਰਾਈ, ਅੱਖੀ ਕੱਤ ਨਾ ਸੰਚਰੈ, ਔਖਾ ਤਿਨ ਰਹਿਣ ਵਿਹਾਈ। ਭੋਜਨ ਅੰਦਰ ਮੱਖ ਜਿਉ ਹੋਏ ਦੁਕੱਧਾ ਫੇਰ ਕਢਾਈ, ਕਾਂਜੀ ਦੁੱਧ ਕਸੁੱਧ ਹੋਏ ਫਿੱਟੈ ਸਾਧੋ ਵੰਨੋ ਜਾਈ। ਸੱਚ ਅੰਦਰ ਕਿਉਂ ਕੂੜ ਸਮਾਈ। ਹੁਣ ਮਨ ਇੰਨਾ ਮੈਲਾ ਹੈ, ਗੁਰਬਾਣੀ ਇੰਨੀ ਪਵਿੱਤਰ, ਤੇ ਕੂੜ ਦੇ ਵਿੱਚ ਵਾਹਿਗੁਰੂ ਸੱਚ ਦੇ ਵਿੱਚ ਕੂੜ ਨਹੀਂ ਸਮਾ ਸਕਦਾ। ਜਿਵੇਂ ਹਨੇਰੇ ਤੇ ਚਾਨਣ ਦਾ ਮੇਲ ਨਹੀਂ ਹੋ ਸਕਦਾ, ਜਿਵੇਂ ਅੱਖ ਤੇ ਕੱਖ ਦਾ ਮੇਲ ਨਹੀਂ ਹੋ ਸਕਦਾ। ਅੱਖ 'ਚ ਕੱਖ ਪੈ ਜਾਵੇ ਤੇ ਰੜਕਦਾ, ਅਸੀਂ ਬਾਹਰ ਕੱਢਦੇ ਹਾਂ। ਦੁੱਧ ਤੇ ਕਾਂਜੀ ਦਾ ਮੇਲ ਨਹੀਂ ਹੋ ਸਕਦਾ, ਕਾਂਜੀ ਦੁੱਧ ਵਿੱਚ ਪਾਈਏ ਤੇ ਦੁੱਧ ਫਟ ਜਾਂਦਾ ਹੈ।
ਜ਼ਹਿਰ ਤੇ ਜ਼ੁਬਾਨ ਦਾ ਮੇਲ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ ਜਿਵੇਂ ਅੱਖ ਤੇ ਕੱਖ ਦਾ ਮੇਲ ਨਹੀਂ, ਦੁੱਧ ਤੇ ਕਾਂਜੀ ਦਾ ਮੇਲ ਨਹੀਂ, ਜਿਵੇਂ ਜ਼ਹਿਰ ਤੇ ਜ਼ੁਬਾਨ ਦਾ ਮੇਲ ਨਹੀਂ, ਇਸੇ ਤਰ੍ਹਾਂ ਮੈਲੇ ਹੋ ਚੁੱਕੇ ਮਨ ਤੇ ਗੁਰਬਾਣੀ ਦਾ ਮੇਲ ਨਹੀਂ ਹੋ ਸਕਦਾ। ਮਨ ਲੱਗਣਾ ਹੀ ਨਹੀਂ। ਇਸ ਕਰਕੇ ਪਹਿਲਾਂ ਮਨ ਨੂੰ ਟਿਕਾਉਣ ਦਾ ਯਤਨ ਕਰਨਾ ਹੈ। ਜ਼ੋਰ ਲਾ ਕੇ ਜੋ ਨਿਤਨੇਮ ਪੜ੍ਹ ਰਹੇ ਉਹਨੂੰ ਸੁਣੋ। ਜਿਵੇਂ ਹੁਣ ਬੱਚਾ ਬਿਮਾਰ ਹੋਵੇ ਤੇ ਭੱਜਦਾ ਵੀ ਨਹੀਂ, ਮੈਂ ਟੀਕਾ ਨਹੀਂ ਲਵਾਉਣਾ, ਮੈਂ ਕੌੜੀ ਦਵਾਈ ਨਹੀਂ ਖਾਣੀ, ਪਰ ਉਹਨੂੰ ਜ਼ੋਰ ਲਾ ਕੇ ਪਕੜ ਕੇ ਖਵਾਉਣੀ ਪੈਂਦੀ, ਕਿਉਂਕਿ ਉਹਦੇ 'ਚ ਹੀ ਉਹਦਾ ਭਲਾ ਹੈ। ਮਨ ਭੱਜਦਾ ਹੈ ਕਿਉਂਕਿ ਇਹ ਬਿਮਾਰ ਹੋ ਗਿਆ ਹੈ ਅਤੇ ਜਿਹੜੀ ਗੁਰਬਾਣੀ ਟੀਕੇ ਦਾ ਕੰਮ ਕਰ ਰਹੀ ਹੈ, ਇਸ ਕਰਕੇ ਭੱਜਦਾ ਹੈ। ਇਹਨੂੰ ਜ਼ੋਰ ਲਾ ਕੇ ਫੜੋ ਅਤੇ ਗੁਰਬਾਣੀ ਰੂਪੀ ਟੀਕਾ ਲਾਓ, ਫਿਰ ਹੀ ਇਹ ਤੰਦਰੁਸਤ ਹੋਵੇਗਾ, ਫਿਰ ਹੀ ਇਹ ਪਵਿੱਤਰ ਹੋਏਗਾ। ਤਾਂ ਇਸ ਤਰ੍ਹਾਂ ਜ਼ੋਰ ਲਾ ਲਾ ਕੇ ਜਦੋਂ ਮਨ ਕਰਕੇ ਸੁਣਾਂਗੇ ਅਤੇ ਫਿਰ ਕੀ ਹੋਵੇਗਾ, ਇਸ ਮਨ ਦੀ ਮੈਲ ਧੁੱਪ ਜਾਂਦੀ ਹੈ, ਮਨ ਦੇ ਰੋਗ ਦੂਰ ਹੋ ਜਾਂਦੇ ਨੇ, ਗੰਦੇ ਫੁਰਨੇ ਇਹਦੇ 'ਚੋਂ ਆਉਣੇ ਬੰਦ ਹੋ ਜਾਂਦੇ ਨੇ, ਕਾਮ ਦੇ ਫੁਰਨੇ ਸ਼ਾਂਤ ਹੋ ਜਾਂਦੇ ਨੇ, ਕ੍ਰੋਧ ਦੇ ਫੁਰਨੇ ਸ਼ਾਂਤ ਹੋ ਜਾਂਦੇ ਨੇ। ਅਤੇ ਜਦੋਂ ਇਸ ਤਰ੍ਹਾਂ ਮਨ ਪਵਿੱਤਰ ਹੋ ਜਾਂਦਾ ਹੈ ਫਿਰ ਇਹਦਾ ਸਹਿਜੀ ਧਿਆਨ ਲੱਗ ਜਾਂਦਾ। ਸਹਿਜੇ ਧਿਆਨ ਲੱਗਣ ਦਾ ਅਰਥ ਕੀ ਹੁੰਦਾ ਹੈ ਕਿ ਹੁਣ ਜ਼ੋਰ ਨਹੀਂ ਲਾਉਣਾ ਪੈਂਦਾ ਮਨ ਟਿਕਾਉਣ ਨੂੰ, ਆਪ ਹੀ ਟਿਕ ਜਾਂਦਾ ਹੈ। ਹੁਣ ਜਦੋਂ ਜਪਜੀ ਸਾਹਿਬ ਪੜ੍ਹਦੇ ਹਾਂ ਜ਼ੋਰ ਨਹੀਂ ਲਾਉਣਾ ਪੈਂਦਾ ਵੀ ਤੁਕਾਂ ਨੂੰ ਸੁਣੀਏ, ਇੰਨਾ ਮਨ ਟਿਕ ਜਾਂਦਾ ਹੈ ਵੀ ਇੱਕ ਵਾਰੀ ਨਿਤਨੇਮ ਕਰੀਏ ਫਿਰ ਕਰਨ ਨੂੰ ਜੀ ਕਰਦਾ ਹੈ। ਧਿਆਨ ਟਿਕਣ ਦਾ ਕਿਵੇਂ ਪਤਾ ਲੱਗਦਾ ਹੈ? ਇੱਕ ਵਾਰੀ ਵਾਹਿਗੁਰੂ ਕਿਹਾ ਫਿਰ ਕਹਿਣ ਨੂੰ ਜੀ ਕਰਦਾ, ਕਿਉਂਕਿ ਹੁਣ ਰਸ ਆ ਗਿਆ। ਇਹ ਸੁਣਨ ਦੀ ਤੀਸਰੀ ਸਟੇਜ। ਹੁਣ ਜਪ ਰਿਹਾ ਹੈ, ਹੋਰ ਜਪਣ ਨੂੰ ਜੀ ਕਰ ਰਿਹਾ, ਸੁਣ ਰਿਹਾ ਕੰਨਾਂ ਤੋਂ, ਹੋਰ ਸੁਣਨ ਨੂੰ ਜੀ ਕਰ ਰਿਹਾ ਕਿ ਮੈਂ ਬਸ ਸੁਣੀ ਜਾਵਾਂ। ਅਤੇ ਇਸ ਸਟੇਜ ਤੋਂ ਬਾਅਦ ਫਿਰ ਚੌਥੀ ਸਟੇਜ ਇਹ ਆਉਂਦੀ ਹੈ, ਸੁਣਿਆ ਸਰਾ ਗੁਣਾ ਕੇਗਾ, ਸਾਰੇ ਗੁਣਾਂ ਦਾ ਮਾਲਕ ਹੋ ਜਾਂਦਾ ਹੈ, ਪਰਮਾਤਮਾ 'ਚ ਅਭੇਦ ਹੋ ਜਾਂਦਾ ਹੈ। ਅਤੇ ਇਸ ਸਟੇਜ ਦੇ ਵਿੱਚ ਫਿਰ ਇਹਨੂੰ ਪਰਮਾਤਮਾ ਦੀ ਆਵਾਜ਼ ਸੁਣਾਈ ਦੇ ਜਾਂਦੀ ਹੈ। ਇਹਦੇ ਮਨ ਦਾ ਰੌਲਾ ਸ਼ਾਂਤ ਹੋ ਗਿਆ ਅਤੇ ਅੰਦਰੋਂ ਆ ਰਿਹਾ ਅਨਾਹਤ ਸੁਣਾਈ ਦੇਣ ਲੱਗ ਪੈਂਦਾ। ਅਸਲ ਦੇ ਵਿੱਚ ਇਹ ਅੰਦਰੋਂ ਅਨਾਹਤ ਕਿਉਂ ਨਹੀਂ ਸੀ ਸੁਣਾਈ ਦੇ ਰਿਹਾ? ਕਿਉਂਕਿ ਮਨ ਦਾ ਰੌਲਾ ਬਹੁਤ ਸੀ। ਮਨ ਦੇ ਅੰਦਰ ਵਿਕਾਰਾਂ ਦਾ ਇੰਨਾ ਰੌਲਾ ਸੀ ਵੀ ਅੰਦਰੋਂ ਆ ਰਹੀ ਅਨਾਹਤ ਦੀ ਆਵਾਜ਼ ਹੀ ਅਲੋਪ ਹੋ ਗਈ ਸੀ। ਅਤੇ ਹੁਣ ਜਪ ਕੇ ਜਦੋਂ ਤੀਸਰੀ ਸਟੇਜ ਪਾਰ ਕੀਤੀ ਅਤੇ ਕੀ ਹੋਇਆ ਕਿ ਮਨ ਦੇ ਫੁਰਨੇ ਸ਼ਾਂਤ ਹੋ ਗਏ, ਅੰਦਰ ਦਾ ਰੌਲਾ ਬੰਦ ਹੋ ਗਿਆ। ਅਤੇ ਜਦੋਂ ਅੰਦਰ ਦਾ ਰੌਲਾ ਬੰਦ ਹੋਇਆ ਫਿਰ ਉਹ ਅਨਾਹਤ ਸੁਣਾਈ ਦੇਣ ਲੱਗ ਪੈਂਦਾ ਹੈ, ਜਿਹਨੂੰ ਮਹਾਰਾਜ ਨੇ ਕਿਹਾ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ। ਇਹ ਹੁਣ ਅਨਹਦ ਵੱਜਦਾ ਪਿਆ ਹੈ। ਇਹ ਸੁਣਾਈ ਕਦੋਂ ਪਿਆ? ਜਦੋਂ ਪੰਚ ਦੂਤ ਤੁਧ ਵਸ ਕੀਤੇ, ਇਹਨਾਂ ਪੰਜ ਵਿਕਾਰਾਂ ਨੂੰ ਵਸ 'ਚ ਕੀਤਾ, ਕੰਟਰੋਲ ਕੀਤਾ। ਕਈ ਬੜੇ ਪਖੰਡ ਕਰਨ ਲੱਗ ਪੈਂਦੇ ਜੀ ਸਾਨੂੰ ਅਨਾਹਤ ਸੁਣਾਈ ਦਿੰਦਾ ਹੈ। ਅਨਾਹਤ ਸੁਣਨ ਦਾ ਲੱਛਣ ਕੀ ਹੈ ਕਿ ਹੁਣ ਇਹਦੇ ਅੰਦਰ ਵਿਕਾਰਾਂ ਦਾ ਰੌਲਾ ਨਹੀਂ ਰਿਹਾ। ਜਦੋਂ ਇਹਨਾਂ ਵਿਕਾਰਾਂ ਦਾ ਰੌਲਾ ਸ਼ਾਂਤ ਹੋ ਗਿਆ, ਇਹਨਾਂ ਵਿਕਾਰਾਂ ਦਾ ਰੌਲਾ ਖਤਮ ਹੋ ਗਿਆ, ਫਿਰ ਇਹਨੂੰ ਆਪਣੇ ਅੰਦਰੋਂ ਅਨਾਹਤ ਸੁਣਾਈ ਦਿੰਦਾ ਹੈ। ਇਹ ਅਨਾਹਤ ਕੀ ਹੈ? ਪਰਮਾਤਮਾ ਦੀ ਆਵਾਜ਼। ਇਹਨੂੰ ਇੱਕ ਰਾਸ ਫਿਰ ਪਰਮਾਤਮਾ ਦੀ ਆਵਾਜ਼ ਸੁਣਾਈ ਦਿੰਦੀ ਆ, ਆਪਣੇ 'ਚੋਂ ਹੀ ਨਹੀਂ, ਹਰ ਜ਼ਰੇ 'ਚੋਂ ਸੁਣਾਈ ਦਿੰਦੀ ਹੈ। ਕਿਉਂਕਿ ਪਰਮਾਤਮਾ ਇਕੱਲਾ ਮੇਰੇ ਅੰਦਰ ਥੋੜ੍ਹਾ ਹੈ, ਜਿੱਥੇ ਵੀ ਪਰਮਾਤਮਾ ਵਸਿਆ ਉੱਥੋਂ ਹੀ ਪਰਮਾਤਮਾ ਸੁਣਾਈ ਦੇਵੇਗਾ। ਅਤੇ ਪਰਮਾਤਮਾ ਤਾਂ ਹਰ ਥਾਂ 'ਤੇ ਵਸਿਆ, ਤਾਂ ਹੀ ਮਹਾਰਾਜ ਨੇ ਕਿਹਾ ਸਭੈ ਘਟ ਰਾਮ ਬੋਲੇ। ਹੁਣ ਇਹ ਚੌਥੀ ਸਟੇਜ 'ਤੇ ਜਿਨ੍ਹਾਂ ਦੀ ਸੁਣਨ ਦੀ ਸਿਖਰ ਹੋ ਗਿਆ, ਸੁਣਨ ਦੇ ਸਿਖਰ 'ਤੇ ਪਹੁੰਚ ਗਏ, ਉਹਨਾਂ ਨੂੰ ਹੀ ਫਿਰ ਇਹ ਸੋਝੀ ਆਉਂਦੀ ਹੈ ਵੀ ਸਭੈ ਘਟ ਰਾਮ ਬੋਲੇ। ਹੁਣ ਸਾਨੂੰ ਸਮਝ ਲੱਗ ਰਹੀ ਹੈ ਵੀ ਉਹਦੇ 'ਚੋਂ ਵੀ ਰੱਬ ਬੋਲ ਰਿਹਾ, ਪੱਤਿਆਂ 'ਚੋਂ ਵੀ ਰੱਬ ਬੋਲਦਾ, ਫਲਾਣੇ 'ਚੋਂ ਵੀ ਰੱਬ ਬੋਲ ਰਿਹਾ। ਕਿਉਂ ਨਹੀਂ ਸਾਨੂੰ ਉਹ ਬੋਲਦਾ ਸੁਣਾਈ ਦੇ ਰਿਹਾ? ਕਿਉਂਕਿ ਅਸੀਂ ਸੁਣਨ ਦੇ ਇਸ ਸਿਖਰ 'ਤੇ ਨਹੀਂ ਪਹੁੰਚੇ। ਅਤੇ ਜਿਹੜੇ ਸੁਣਨ ਦੇ ਇਸ ਸਿਖਰ 'ਤੇ ਪਹੁੰਚ ਗਏ ਫਿਰ ਉਹਨਾਂ ਨੂੰ ਇਹ ਸੁਣਾਈ ਦਿੰਦਾ ਵੀ ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਪਰਮਾਤਮਾ ਤੋਂ ਬਿਨਾਂ ਤਾਂ ਕੋਈ ਬੋਲ ਹੀ ਨਹੀਂ ਰਿਹਾ। ਉਹਨੂੰ ਫਿਰ ਪੱਤਿਆਂ 'ਚੋਂ ਪਰਮਾਤਮਾ ਸੁਣਾਈ ਦਿੰਦਾ ਹੈ, ਪਾਣੀ ਦੀ ਆਵਾਜ਼ 'ਚੋਂ ਪਰਮਾਤਮਾ ਦੀ ਆਵਾਜ਼ ਸੁਣਾਈ ਦਿੰਦੀ ਹੈ, ਹਵਾ ਦੀ ਆਵਾਜ਼ 'ਚੋਂ ਪਰਮਾਤਮਾ ਦੀ ਆਵਾਜ਼ ਸੁਣਾਈ ਦਿੰਦੀ ਹੈ। ਆਪਣੇ ਅੰਦਰੋਂ ਹਰ ਕਿਸੇ 'ਚੋਂ ਪਰਮਾਤਮਾ ਸੁਣਦਾ ਹੈ। ਅਤੇ ਜਦੋਂ ਸੁਣਨ ਦੇ ਇਸ ਸਿਖਰ 'ਤੇ ਪਹੁੰਚ ਗਿਆ ਅਤੇ ਮਹਾਰਾਜ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਭਗਤ ਜਨ ਇਸ ਸਟੇਜ 'ਤੇ ਪਹੁੰਚ ਗਏ ਨੇ ਤਾਂ ਹੀ ਉਹ ਹਰ ਵਕਤ ਅੰਦਰੋਂ ਖਿੜੇ ਰਹਿੰਦੇ ਨੇ ਅਤੇ ਉਹਨਾਂ ਦੇ ਦੁੱਖਾਂ ਅਤੇ ਪਾਪਾਂ ਦਾ ਨਾਸ਼ ਹੋ ਗਿਆ। ਅਸੀਂ ਵੀ ਇਸ ਸਟੇਜ 'ਤੇ ਪਹੁੰਚਣਾ ਹੈ। ਮੈਂ ਫਿਰ ਤੋਂ ਰਿਵਾਈਜ਼ ਕਰਕੇ ਇਹਨਾਂ ਚਾਰੇ ਸਟੇਜਸ ਨੂੰ ਫਤਿਹ ਬੁਲਾਉਣੀ ਹੈ। ਪਹਿਲੀ ਸਟੇਜ ਕਿ ਅਸੀਂ ਮਾੜਾ ਸੁਣਨਾ ਬੰਦ ਕਰਕੇ ਗੁਰਸਿੱਖਾਂ ਦੇ ਜੀਵਨ ਬਾਰੇ ਸੁਣੀਏ, ਇਤਿਹਾਸ ਸੁਣੀਏ, ਤਾਂ ਕਿ ਸਾਨੂੰ ਵੀ
ਪਰਮਾਤਮਾ ਦੀ ਭਗਤੀ ਕਰਨ ਦਾ ਚਾਅ ਪੈਦਾ ਹੋ ਜਾਵੇ। ਇਹ ਪਹਿਲੀ ਸਟੇਜ। ਫਿਰ ਉਹਨਾਂ ਨੂੰ ਸੁਣ ਸੁਣ ਕੇ ਸਾਡੇ ਅੰਦਰ ਨਿਤਨੇਮ ਕਰਨ ਦਾ ਚਾਅ ਪੈਦਾ ਹੋ ਜਾਂਦਾ ਹੈ। ਦੂਸਰੀ ਸਟੇਜ ਦੇ ਵਿੱਚ ਬੰਦਾ ਆਪਣੀ ਜ਼ਬਾਨ ਤੋਂ ਨਿਤਨੇਮ ਕਰਦਿਆਂ ਕੰਨਾਂ ਤੋਂ ਸੁਣਨ ਦਾ ਅਭਿਆਸ ਕਰਦਾ ਹੈ। ਰਸਨਾ ਤੋਂ ਨਾਮ ਜਪਦਿਆਂ ਕੰਨਾਂ ਤੋਂ ਸੁਣਨ ਦਾ ਅਭਿਆਸ ਕਰਦਾ। ਇਹ ਦੂਸਰੀ ਸਟੇਜ। ਤੀਸਰੀ ਸਟੇਜ ਦੇ ਵਿੱਚ ਫਿਰ ਜਿਹੜਾ ਨਿਤਨੇਮ ਕਰ ਰਿਹਾ ਸੀ ਉਹਦੇ ਵਿੱਚ ਸਹਿਜੀ ਹੀ ਧਿਆਨ ਲੱਗ ਜਾਂਦਾ ਹੈ। ਹੁਣ ਜ਼ੋਰ ਲਾ ਕੇ ਧਿਆਨ ਲਾਉਣ ਦੀ ਲੋੜ ਨਹੀਂ, ਸਹਿਜੀ ਹੀ ਧਿਆਨ ਉਸ ਨਿਤਨੇਮ ਵਿੱਚ ਲੱਗ ਜਾਂਦਾ ਹੈ। ਇਹਨੂੰ ਰਾਸ ਆ ਜਾਂਦਾ ਹੈ। ਇਹ ਤੀਸਰੀ ਸਟੇਜ। ਔਰ ਚੌਥੀ ਸਟੇਜ ਦੇ ਵਿੱਚ ਜਦੋਂ ਇਹਨੂੰ ਰਾਸ ਆ ਜਾਂਦਾ ਹੈ, ਫੁਰਨੇ ਸ਼ਾਂਤ ਹੋ ਜਾਂਦੇ ਨੇ, ਵਕਾਰ ਸ਼ਾਂਤ ਹੋ ਜਾਂਦੇ ਨੇ, ਫਿਰ ਇਹਨੂੰ ਪਰਮਾਤਮਾ ਦੀ ਆਵਾਜ਼ ਸੁਣਾਈ ਦਿੰਦੀ ਹੈ, ਅਨਾਹਤ ਸੁਣਾਈ ਦਿੰਦਾ ਹੈ। ਅਤੇ ਜਦੋਂ ਪਰਮਾਤਮਾ ਦਾ ਅਨਾਹਤ ਸੁਣਾਈ ਦਿੰਦਾ ਹੈ, ਫਿਰ ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਇਹਦੇ ਅੰਦਰੋਂ ਦੁੱਖਾਂ ਅਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ, ਅੰਦਰੋਂ ਖਿੜ ਜਾਂਦਾ ਹੈ, ਅੰਦਰੋਂ ਆਨੰਦ ਵਿੱਚ ਪਹੁੰਚ ਜਾਂਦਾ ਹੈ। ਸਤਿਗੁਰੂ ਬਖਸ਼ਿਸ਼ ਕਰਨ ਅਸੀਂ ਵੀ ਆਨੰਦ ਦੀ ਅਵਸਥਾ 'ਤੇ ਪਹੁੰਚ ਜਾਈਏ। ਅੱਜ ਸਿਰਫ ਭਾਵ ਅਰਥ ਵਿਚਾਰੇ ਨੇ, ਕੱਲ੍ਹ ਨੂੰ ਇਹਨਾਂ ਚਾਰੇ ਪੌੜੀਆਂ ਦੇ ਅਖਰੀ ਅਰਥ ਕਰਾਂਗੇ ਅਤੇ ਨਾਲ ਇਸ ਸਾਰੀ ਵਿਚਾਰ ਨੂੰ ਕਨਕਲੂਡ ਕਰਾਂਗੇ। ਇਹ ਵਿਚਾਰਾਂਗੇ ਕਿ ਕਿਵੇਂ ਇਹ ਸਾਰੀ ਵਿਚਾਰ ਉਹਨਾਂ ਚਾਰੇ ਪੌੜੀਆਂ 'ਤੇ ਢੁਕਦੀ ਹੈ। ਅੱਜ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।